ਅੱਜ ਦੇ ਆਪਣੇ ਕਰੰਟ ਅਫੇਅਰ 31 ਮਈ 2021 ਦੇ ਸਭ ਤੋਂ ਪਹਿਲਾ ਕਰੰਟ ਅਫੇਅਰ ਅੱਜ ਆਪਣਾ ਫਿਰ ਇੱਕ ਜੀਓਗ੍ਰਾਫੀ ਦੀ ਜਗ੍ਹਾ ਦਾ ਆਇਆ ਹੋਇਆ ਹੈ, ਆਪਣਾ ਫਿਰ ਭੂਗੋਲ ਦਾ ਇੱਕ। ਅੱਗੇ ਜਾ ਕੇ ਆਪਾਂ ਜਦੋਂ ਭੂਗੋਲ ਤੁਸੀਂ ਪੜੋਗੇ ਉਦੋਂ ਪੂਰੀ ਐਟਲਸ ਵੀ ਕਵਰ ਕਰੋਗੇ, ਉੱਥੇ ਵੀ ਆਊਗਾ। ਇਹ ਹੈਗੇ ਆਪਣੇ ਕੈਰੀਬੀਅਨ ਦੇ ਟਾਪੂ ਜਿਹੜੇ ਹੈਗੇ ਆ। ਹੁਣ ਤੁਸੀਂ ਇੱਕ ਹਮੇਸ਼ਾ ਕਈ ਵਾਰੀ ਕ੍ਰਿਕਟ ਖੇਲਦੇ ਹੋਏ ਵੀ ਸੁਣਿਆ ਹੋਊਗਾ ਵੈਸਟ ਇੰਡੀਜ਼ ਦੀ ਟੀਮ ਆਈ ਆ। ਹੁਣ ਇਹ ਵੈਸਟ ਇੰਡੀਜ਼ ਹੈ ਕੀ? ਵੈਸਟ ਇੰਡੀਜ਼ ਨਾ ਅਸਲ ਵਿੱਚ ਕੋਈ ਵੀ ਦੇਸ਼ ਨਹੀਂ ਹੈ। ਵੈਸਟ ਇੰਡੀਜ਼ ਜਦੋਂ ਵੈਸਟ ਇੰਡੀਜ਼ ਜਿਹੜੀ ਖੇਲਣ ਆਉਂਦੀ ਹੈ, ਜਿਹੜੇ ਵੈਸਟ ਇੰਡੀਜ਼ ਦੀ ਵੀ ਜਿਹੜੀ ਟੀਮ ਆਉਂਦੀ ਹੈ, ਉਹ ਲੋਕ ਜਿਹੜੇ ਹੁੰਦੇ ਆ ਜਿੰਨੇ ਵੀ ਆ ਟਾਪੂ ਤੇ ਰਹਿਣ ਵਾਲੇ ਲੋਕ ਆ, ਇਹ ਇਕੱਠੇ ਮਿਲ ਕੇ ਕੀ ਕਰਦੇ ਆ, ਇਹੀ ਜਗ੍ਹਾ ਨੂੰ ਵੈਸਟ ਇੰਡੀਜ਼ ਆਪਾਂ ਕਹਿੰਦੇ ਆ। ਤਾਂ ਇਹੀ ਲੋਕ ਇਕੱਠੇ ਮਿਲ ਕੇ ਆਪਣੀਆਂ ਖੇਡ ਦੀਆਂ ਸਾਰੀਆਂ ਟੀਮਾਂ ਬਣਾ ਲੈਂਦੇ ਆ, ਕਿਊਬਾ ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਵੀ ਆ। ਠੀਕ ਹੈ, ਆ ਥੱਲੇ ਵਾਲੇ ਆ ਛੋਟੇ ਛੋਟੇ ਆਈਲੈਂਡ ਆ ਸਾਰੇ। ਇਹ ਸਾਰੇ ਆਈਲੈਂਡਸ ਤੋਂ ਜਿਹੜੇ ਜਿੰਨੇ ਵੀ ਟਾਪੂ ਆ, ਇਹਨਾਂ ਤੋਂ ਜਿੰਨੇ ਲੋਕ ਹੈਗੇ ਆ, ਇਹ ਇਕੱਠੇ ਮਿਲ ਕੇ ਜਿਹੜੀ ਵੈਸਟ ਇੰਡੀਜ਼ ਦੀ ਟੀਮ ਹੈ ਉਹ ਬਣਾਉਂਦੇ ਆ। ਪਰ ਵੈਸੇ ਇਹਨਾਂ ਨੂੰ ਅਸਲੀ ਵਿੱਚ ਕੈਰੀਬੀਅਨ ਟਾਪੂ ਬੋਲਿਆ ਜਾਂਦਾ, ਕਿਉਂਕਿ ਇੱਥੇ ਜਿਹੜਾ ਸਮੁੰਦਰ ਪੈਂਦਾ ਉਹ ਹੈਗਾ ਕੈਰੀਬੀਅਨ ਸੀ, ਜਿਹੜਾ ਸਮੁੰਦਰ ਇੱਥੇ ਨਾਲ ਪੈਂਦਾ। ਤਾਂ ਉਹਦੇ ਆਸ-ਪਾਸ ਬਹੁਤ ਹੀ ਛੋਟੇ ਛੋਟੇ ਟਾਪੂ ਆ। ਦੁਨੀਆ ਦੇ ਨਕਸ਼ੇ ਤੇ ਤਾਂ ਬਹੁਤ ਹੀ ਛੋਟੇ ਦਿਖਦੇ ਆ, ਆਹ ਵਾਲੇ ਤਾਂ ਦਿਖਦੇ ਹੀ ਨਹੀਂ, ਇੱਧਰ ਵਾਲੇ ਤਾਂ। ਠੀਕ ਹੈ, ਕਿਉਂਕਿ ਛੋਟੀ ਛੋਟੀ ਫਿਰ ਮਤਲਬ ਦੁਨੀਆ ਦੇ ਸਕੇਲ ਤੇ ਕੁਝ ਵੀ ਨਹੀਂ ਹੈ। ਤਾਂ ਇੱਕ ਵਾਰੀ ਆਪਣਾ ਸਭ ਤੋਂ ਪਹਿਲਾਂ ਅੱਜ ਕੰਮ ਕੀ ਹੈ ਕਿ ਇੱਕ ਵਾਰੀ ਬਸ ਇਹਨਾਂ ਵਿੱਚੋਂ ਕਈ ਦੇਸ਼ ਨਾ ਵਾਰ-ਵਾਰ ਜਿਹੜੇ ਹੈਗੇ ਆ ਕਰੰਟ ਵਿੱਚ ਆਉਂਦੇ ਰਹਿੰਦੇ ਆ। ਤਾਂ ਆਪਾਂ ਨੂੰ ਕਈ ਵਾਰੀ ਇਹ ਪੁੱਛਿਆ ਜਾ ਸਕਦਾ ਹੈ ਕਿ ਆਹ ਜਿਹੜਾ ਟਾਪੂ ਹੈ ਇਹ ਕਿੱਥੇ ਪੈਂਦਾ ਦੁਨੀਆ 'ਚ, ਮਤਲਬ ਕਿਹੜੇ ਸਮੁੰਦਰ ਦੇ ਉੱਤੇ ਪੈਂਦਾ। ਇਹਦੇ ਵਿੱਚੋਂ ਜਿਵੇਂ ਇੱਕ ਤੁਸੀਂ ਸੁਣਿਆ ਹੋਊਗਾ ਕੇਮਨ, ਜੇ ਕਦੀ ਨਹੀਂ ਸੁਣਿਆ ਤਾਂ ਮੈਂ ਦੱਸ ਦਿੰਦਾ, ਕੋਈ ਗੱਲ ਨਹੀਂ। ਆ ਕੇਮਨ ਆਈਲੈਂਡ ਦੇਖੋ, ਤੁਸੀਂ ਹਮੇਸ਼ਾ ਉਹ ਸੁਣਿਆ ਹੋਊਗਾ ਲੋਕੀ ਆਪਣਾ ਕਾਲਾ ਧਨ ਸਵਿਜ਼ ਬੈਂਕ ਜਿਹੜਾ ਸਵਿਟਜ਼ਰਲੈਂਡ ਦੇਸ਼ ਆ ਉੱਥੇ ਭੇਜਦੇ ਆ, ਪਰ ਉਹ ਖਬਰਾਂ ਬਹੁਤ ਪੁਰਾਣੀਆਂ। ਕੇਮਨ ਅੱਜ ਕੱਲ ਜਿਹੜੇ ਲੋਕਾਂ ਨੇ ਆਪਣਾ ਪੈਸਾ ਚੋਰੀ ਛਿਪੇ ਰੱਖਣਾ ਹੁੰਦਾ ਹੈ ਨਾ, ਉਹ ਜਾਂ ਆਹ ਛੋਟਾ ਜਿਹਾ ਦੇਸ਼ ਆ, ਆਹ ਦੇਸ਼ ਹੈ ਕੇਮਨ। ਇਹ ਦੇਸ਼ ਦੇ ਬੈਂਕਾਂ ਵਿੱਚ ਲੋਕੀ ਆਪਣਾ ਕਾਲਾ ਧਨ ਰੱਖਦੇ ਆ। ਠੀਕ ਹੈ, ਇੱਥੇ ਭੇਜਦੇ ਹੋ ਆਪਣਾ ਕਾਲਾ ਧਨ। ਇਹ ਮਤਲਬ ਕਾਲਾ ਧਨ ਕਿੱਥੇ ਰੱਖਿਆ ਜਾ ਸਕਦਾ, ਮਤਲਬ ਕਿਉਂ ਇਦਾਂ ਦੀ ਦੀਪ ਜਿਹੜੇ ਹੈਗੇ, ਜਿਹੜੇ ਟਾਪੂ ਹੈਗੇ, ਕਿੱਥੋਂ ਇਦਾਂ ਦੇ ਕੰਮਾਂ 'ਚ ਅੱਗੇ ਆ ਜਾਂਦੇ ਆ। ਦੇਖੋ, ਇਹ ਦੇਸ਼ਾਂ ਨੂੰ ਚਾਹੀਦਾ ਤਰੱਕੀ ਲਈ ਪੈਸਾ, ਹਰ ਦੇਸ਼ ਨੂੰ ਤਰੱਕੀ ਲਈ ਪੈਸਾ ਚਾਹੀਦਾ। ਪਰ ਜਿਹੜੇ ਤਾਂ ਹੁਣ ਵੱਡੇ ਦੇਸ਼ ਆ, ਹੁਣ ਜਿਵੇਂ ਭਾਰਤ ਹੀ ਹੋ ਗਿਆ, ਆਪਾਂ ਆਪਣੀ ਅਰਥ ਵਿਵਸਥਾ ਨੂੰ ਵਧੀਆ ਕਰਾਂਗੇ, ਲੋਕਾਂ ਨੂੰ ਕੰਮ ਦੇਵਾਂਗੇ, ਫੈਕਟਰੀਆਂ ਲਾਵਾਂਗੇ, ਖੇਤੀ ਵਧੀਆ ਕਰਵਾਵਾਂਗੇ, ਆਪਣੀ ਤਰੱਕੀ। ਆਪਣਾ ਜ਼ਿਆਦਾਤਰ ਹੁੰਦਾ ਕੀ ਆ, ਆਪਣਾ ਜਿੰਨਾ ਆਪਾਂ ਭਾਰਤ ਵਿੱਚ ਸਮਾਨ ਬਣਾਉਂਦੇ ਆ ਨਾ, ਆਪਾਂ ਖੁਦ ਹੀ ਖਰੀਦ ਲੈਂਦੇ। ਠੀਕ ਹੈ, ਤਾਂ ਜਿੰਨਾ ਭਾਰਤ ਸਮਾਨ ਬਣਿਆ ਕਿਸੇ ਹੋਰ ਜਗ੍ਹਾ ਤੇ ਭਾਰਤ ਵਿੱਚ ਹੀ ਵਿਕ ਜਾਂਦਾ। ਇਹ ਲੋਕਾਂ ਦੀ ਇੱਕ ਤਾਂ ਆਬਾਦੀ ਬਹੁਤ ਘੱਟ ਹੈ, ਦੂਜਾ ਇਹ ਦੇਸ਼ ਇੰਨੇ ਅਮੀਰ ਨਹੀਂ ਹੈਗੇ। ਠੀਕ ਹੈ, ਇਸ ਕਰਕੇ ਹੁਣ ਹਰ ਦੇਸ਼ ਨੂੰ ਕਿਤੇ ਨਾ ਕਿਤੇ ਆਪਣਾ ਪੂਰਾ ਬਣਾਉਣਾ ਤਾਂ ਹੈਗਾ, ਹਰ ਸੜਕਾਂ ਬਣਾਉਣੀਆਂ, ਪੁਲ ਬਣਾਉਣੇ ਆ, ਆਫਿਸ ਬਣਾਉਣੇ ਆ, ਹਰ ਚੀਜ਼ਾਂ ਬਣਾਉਣੀਆਂ। ਤੇ ਇਹ ਕੀ ਕਰਦੇ, ਇੱਕ ਹੋਰ ਤਰੀਕਾ ਜਿਹੜਾ ਹੁੰਦਾ ਪੈਸੇ ਇਕੱਠੇ ਕਰਨ ਦਾ, ਉਹ ਹੈਗਾ ਕਿ ਤੁਸੀਂ ਬੈਂਕ ਕਿੱਦਾਂ ਦੇ ਬਣਾ ਦਿਓ ਜਿੱਥੇ ਹਰ ਕੋਈ ਆਪਣਾ ਪੈਸਾ ਰੱਖਣਾ ਚਾਹਵੇ, ਖਾਸ ਕਰ ਜਿਹੜਾ ਬੰਦਾ ਚੋਰੀ ਛਿਪੇ ਰੱਖਣਾ ਚਾਹੁੰਦਾ, ਕਿਉਂਕਿ ਸਭ ਤੋਂ ਜ਼ਿਆਦਾ ਫਾਲਤੂ 'ਚ ਰੱਖਣ ਲਈ ਪੈਸਾ ਵੀ ਤਾਂ ਉਹਦੇ ਕੋਲ ਹੀ ਹੋਊਗਾ। ਤਾਂ ਇਦਾਂ ਦੇ ਲੋਕਾਂ ਨੂੰ ਪਰ ਚਾਹੀਦਾ ਕੀ ਹੁੰਦਾ, ਇਦਾਂ ਦੇ ਲੋਕਾਂ ਨੂੰ ਬਸ ਇਹ ਚਾਹੀਦਾ ਹੁੰਦਾ ਕਿ ਕੋਈ ਇਦਾਂ ਦਾ ਦੇਸ਼ ਤੇ ਕੋਈ ਇਦਾਂ ਦਾ ਬੈਂਕ ਹੋਵੇ ਜਿਹੜਾ ਸਾਡੇ ਦੇਸ਼ ਨੂੰ ਸਾਡੇ ਨਾਮ ਨਾ ਦੱਸੇ। ਨਹੀਂ ਤਾਂ ਹੁੰਦਾ ਕੀ ਹੈ, ਹੁਣ ਜਿਵੇਂ ਕੋਈ ਇੰਡੀਆ ਦਾ ਕੋਈ ਭਾਰਤੀ ਨਾਗਰਿਕ ਹੈ, ਇਹਨੇ ਜਾ ਕੇ ਕੈਨੇਡਾ ਕੋਈ ਬੈਂਕ ਅਕਾਊਂਟ ਖੁਲਵਾ ਲਿਆ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ ਤੇ ਭਾਰਤ ਵਰਗੇ ਦੇਸ਼ਾਂ ਵਿੱਚ ਵੀ ਕਾਨੂੰਨ ਹੈ ਕਿ ਆਪਾਂ ਇੱਕ ਦੂਜੇ ਦੇ ਜਿੰਨੇ ਵੀ ਨਾਗਰਿਕ ਆ ਉਹਨਾਂ ਦੀ ਪੂਰੀ ਚਿੱਠਾ ਲਿਖ ਕੇ ਦਿੰਨੇ ਆ ਕਿ ਤੁਹਾਡੇ ਆਹ ਵਾਲੇ ਬੰਦੇ ਦਾ ਇੰਨਾ ਪੈਸਾ ਸਾਡੇ ਇਸ ਅਕਾਊਂਟ ਵਿੱਚ ਪਿਆ ਹੋਇਆ। ਠੀਕ ਹੈ, ਤਾਂ ਭਾਰਤ ਸਰਕਾਰ ਨੂੰ ਸਭ ਪਤਾ ਹੁੰਦਾ ਕਿ ਕਿਹਦਾ ਪੈਸਾ ਕੈਨੇਡਾ 'ਚ ਕਿੰਨਾ ਪਿਆ, ਕਿੰਨਾ ਅਮਰੀਕਾ 'ਚ ਕਿੰਨਾ ਪਿਆ, ਕਿਉਂਕਿ ਉਧਰ ਦੀਆਂ ਸਰਕਾਰਾਂ ਦੱਸ ਦਿੰਦੀਆਂ ਤੁਹਾਡਾ ਕਿਹੜੇ ਕਿਹੜੇ ਬੰਦੇ ਦੇ ਸਾਡੇ ਕੋਲ ਪੈਸੇ ਪਏ ਆ। ਕੇਮਨ ਆਈਲੈਂਡ ਵਰਗੇ ਦੱਸਦੇ ਹੀ ਨਹੀਂ ਹੈ ਕਿ ਕਿੰਨੇ ਕਿੰਨੇ ਪੈਸੇ ਭੇਜੇ ਆ। ਤਾਂ ਹੁੰਦਾ ਕੀ ਹੈ, ਜਿਨ੍ਹਾਂ ਨੇ ਵੀ ਕਾਲਾ ਧਨ ਕਰਨਾ ਹਵਾਲਾ ਦੇ ਥਰੂ ਇਹ ਵਾਲੇ ਆਈਲੈਂਡ, ਕੇਮਨ ਹੋ ਗਿਆ, ਇੱਕ ਪਨਾਮਾ ਹੋ ਗਿਆ ਤੇ ਇੱਕ ਸਿਪਰਸ, ਇਹ ਤਿੰਨ ਦੇਸ਼ ਹੈ ਵੈਸੇ ਦੁਨੀਆ 'ਚ। ਠੀਕ ਹੈ, ਕਦੀ ਉਹ ਵੀ ਆ ਜਾਣਗੇ ਕਾਲੇ ਧਨ ਦੇ ਨਾਲ, ਇਹ ਤਿੰਨੋਂ ਜੁੜੇ ਹੋਏ ਆ। ਤਾਂ ਅੱਜ ਦੇ ਮੈਪ 'ਚ ਕੇਮਨ ਸਾਹਮਣੇ ਸੀ, ਤਾਂ ਅੱਗੇ ਕਦੀ ਵੀ ਕੇਮਨ ਆਵੇ ਯਾਦ ਰੱਖਿਓ, ਇੱਕ ਕੈਰੀਬੀਅਨ ਸਮੁੰਦਰ ਵਿੱਚ ਪੈਣ ਵਾਲਾ ਇੱਕ ਟਾਪੂ ਆ। ਇਹਦੇ ਇਲਾਵਾ ਅਮਰੀਕਾ ਨਾਲ ਕਈ ਵਾਰੀ ਕਾਫੀ ਪੰਗੇ ਹੁੰਦੇ ਰਹਿੰਦੇ ਆ, ਆਪਣੇ ਰਿਸ਼ਤੇ ਚੰਗੇ ਆ। ਇੱਕ ਕਿਊਬਾ ਕਰਕੇ ਦੇਸ਼, ਆ ਕਿਊਬਾ, ਅਮਰੀਕਾ ਤੇ ਇਹਦੀ ਬਣਦੀ ਨਹੀਂ ਹੈ।
ਅਮਰੀਕਾ ਦੇਖੋ Sir, ਹਾਂਜੀ ਹਾਂਜੀ I wanted to ask something regarding Cayman Island. ਹਾਂਜੀ ਹਾਂਜੀ ਸਰ ਲਾਈਕ ਮਤਲਬ ਇਹ ਇੱਕ ਆਈਲੈਂਡ ਹੈ, ਜਿਵੇਂ ਇੱਥੇ ਮਤਲਬ ਬਲੈਕ ਮਨੀ ਹੈ ਜਿਹੜੀ ਉਹ ਸਾਰੇ ਲੋਕ ਆਪਣੀ ਡਿਪੋਜ਼ਿਟ ਕਰਦੇ ਆ। ਤਾਂ ਸਰ ਮੈਂ ਪੁੱਛਣਾ ਇਹ ਹੈ ਕਿ ਯੂਐਨ ਤੋਂ ਜਿੰਨੇ ਵੀ ਐਫੀਲੀਏਟਡ ਕੰਟਰੀਜ਼ ਨੇ, ਫਿਰ ਉਸ ਦੇ ਦੁਆਰਾ ਕੋਈ ਰੂਲਸ ਰੈਗੂਲੇਸ਼ਨਸ ਨਹੀਂ ਇਹਨਾਂ ਦੇ ਉੱਪਰ ਐਵੇਂ ਦੇ ਇੰਪੋਜ਼ ਕੀਤੇ ਜਾਂਦੇ ਕਿ ਮਤਲਬ ਇਹ ਨਾ ਐਵੇਂ ਦਾ ਕੁਝ ਕਰਨ? ਇਹੀ ਬਿਲਕੁਲ। ਚੀਜ਼ ਹੈ। ਦੇਖੋ ਹੈਗਾ ਕੀ ਹੈ ਕਿ ਜਿਹੜਾ ਆਪਣਾ ਯੂਐਨ ਹੈ, ਜਿਹੜਾ ਆਪਣਾ ਸੰਯੁਕਤ ਰਾਸ਼ਟਰ ਹੈ, ਉਹਦੀ ਸਭ ਤੋਂ ਵੱਡੀ ਦਿੱਕਤ ਜਾਂ ਪੂਰੀ ਦੁਨੀਆ ਦੀ ਇੱਕ ਦਿੱਕਤ ਇਹ ਹੈ, ਹੁਣ ਕਿਹੜੇ ਲੋਕ ਆ ਜਿਹੜਾ ਆਪਣਾ ਪੈਸਾ ਛੁਪਾਣਗੇ। ਹੁਣ ਤੁਹਾਡੇ ਮੇਰੇ ਵਰਗੇ ਆਮ ਬੰਦੇ ਤਾਂ ਹੈ ਨਹੀਂ ਜਿਹੜੇ ਕੇਮਨ ਆਈਲੈਂਡ ਪੈਸੇ ਭੇਜਣਗੇ, ਠੀਕ ਹੈ। ਇਹ ਹੁੰਦੇ ਜਿਹੜੇ ਆਲਰੇਡੀ ਮਤਲਬ ਬਹੁਤ ਹੀ ਤਕੜੇ ਕਈ ਪੋਲੀਟੀਸ਼ੀਅਨ ਪੈਸਾ ਛੁਪਾ ਕੇ ਬੈਠੇ ਦੁਨੀਆ ਭਰ ਦੇ। ਹੁਣ ਜਦੋਂ ਕੀ ਕਹਿੰਦੇ ਇੱਕ ਹੋਰ ਦੇਸ਼ ਹੈ ਪਨਾਮਾ, ਹੋਇਆ ਕੀ ਸੀ 2018 ਜਾਂ 19 ਵਿੱਚ ਨਾ, ਪਨਾਮਾ ਦੇ ਬੈਂਕ ਦੇ ਨਾ ਪੇਪਰ ਲੀਕ ਹੋ ਗਏ ਸੀ। ਸਾਰੀ ਦੁਨੀਆ ਵਿੱਚ ਹੰਗਾਮਾ ਮਚ ਗਿਆ ਸੀ ਕਿਉਂਕਿ ਤੁਹਾਡੇ ਜਿਹੜਾ ਬ੍ਰਿਟਨ ਦਾ ਰਾਸ਼ਟਰਪਤੀ ਹੈ ਉਹਦਾ ਅਕਾਊਂਟ ਪਨਾਮਾ ਵਿੱਚ ਸੀਗਾ, ਠੀਕ ਹੈ। ਤੁਹਾਡੇ ਫਰਾਂਸ ਦੇ ਫਾਈਨੈਂਸ ਮਿਨਿਸਟਰ ਦਾ ਅਕਾਊਂਟ ਸੀਗਾ ਉੱਥੇ। ਆਪਣੇ ਭਾਰਤ ਵਿੱਚ ਕਿੰਨੇ ਸਾਰੇ ਸੈਲੀਬ੍ਰਿਟੀਜ਼ ਦਾ ਤੇ ਪੋਲੀਟੀਸ਼ੀਅਨ ਦੇ ਅਕਾਊਂਟ ਸੀਗੇ ਉੱਥੇ। ਇਹ ਉਹ ਲੋਕ ਆ ਜਿਹੜੇ ਪਾਵਰ 'ਚ ਬੈਠੇ ਹੋਏ ਆ। ਇਹੀ ਅਲਟੀਮੇਟਲੀ ਮਤਲਬ ਇਹੀ ਤੁਹਾਡੇ ਉੱਥੇ ਵੀ ਭੇਜ ਰਹੇ ਆ, ਸੰਯੁਕਤ ਰਾਸ਼ਟਰ ਵੀ ਇਹੀ ਲੋਕ ਭੇਜ ਰਹੇ ਆ। ਤਾਂ ਹੁੰਦਾ ਕੀ ਹੈ, ਮਤਲਬ ਇਹ ਕਰਦੇ ਕੀ ਹੈ, ਗੇਮ ਕੀ ਪੈਂਦੀ ਹੈ। ਹੁਣ ਸਵਿਟਜ਼ਰਲੈਂਡ ਪੈਸਾ ਕਿਉਂ ਨਹੀਂ ਜਾਂਦਾ? ਸਾਰੀ ਦੁਨੀਆ ਦੇ ਨਾ ਨਜ਼ਰਾਂ ਵਿੱਚ ਆ ਚੁੱਕਿਆ ਸੀ ਕਿ ਪੈਸਾ ਜਿੰਨਾ ਵੀ ਕਾਲਾ ਧਨ ਨਾ ਸਵਿਟਜ਼ਰਲੈਂਡ ਜਾਂਦਾ ਹੈ। ਤਾਂ ਸਾਰੀ ਦੁਨੀਆ ਦੇ ਦੇਸ਼ਾਂ ਨੇ ਕੀ ਕੀਤਾ, ਸਵਿਟਜ਼ਰਲੈਂਡ ਲਈ ਕਾਨੂੰਨ ਬਣਾਤੇ। ਪਰ ਇੱਕ ਦਰਵਾਜ਼ਾ ਇਹ ਬੰਦ ਕਰਦੇ ਆ ਨਾ ਤਾਂ ਤਿੰਨ ਹੋਰ ਖੋਲ ਦਿੰਦੇ ਆ। ਤਾਂ ਹੁਣ ਹਜੇ ਵੀ ਲੋਕਾਂ 'ਚ ਇਹੀ ਹੈ ਕਿ ਪੈਸਾ ਸਵਿਟਜ਼ਰਲੈਂਡ ਹੈ। ਸਵਿਟਜ਼ਰਲੈਂਡ ਕੱਖ ਨਹੀਂ ਪਿਆ। ਹੁਣ ਹੋਇਆ ਕੀ ਹੈ, ਪਿਛਲੇ 3 ਸਾਲ 'ਚ ਹੀ ਉਹਨਾਂ ਦੇ 1/3 ਬੈਂਕ ਬੰਦ ਹੋ ਗਏ ਸਵਿਟਜ਼ਰਲੈਂਡ 'ਚ, ਕਿਉਂਕਿ ਪੈਸਾ ਨਹੀਂ ਹੈ ਸਵਿਟਜ਼ਰਲੈਂਡ 'ਚ ਬੈਂਕਾਂ 'ਚ, ਠੀਕ ਹੈ। ਕਿਉਂਕਿ ਲੋਕਾਂ ਨੇ ਕਢਵਾ ਲਿਆ ਸਾਰਾ, ਕਿਉਂਕਿ ਸਵਿਟਜ਼ਰਲੈਂਡ ਦੀ ਸਰਕਾਰ ਨੇ ਕਹਿਤਾ ਕਿ ਅਸੀਂ ਮਤਲਬ ਸਾਰੀ ਦੁਨੀਆ ਨੇ ਮਜਬੂਰ ਕਰਤਾ ਸਵਿਟਜ਼ਰਲੈਂਡ ਦੀ ਸਰਕਾਰ ਨੂੰ ਕਿ ਤੁਸੀਂ ਦੱਸੋ ਕੌਣ ਕੌਣ ਹੈ। ਕਿਉਂਕਿ ਸਾਰੇ ਲੋਕਾਂ ਜਦੋਂ ਗੱਲ ਫੈਲੀ ਉਦੋਂ ਹੀ ਉੱਥੇ ਫੈਲੀ। ਤਾਂ ਫਿਰ ਸਾਰੇ ਦੇਸ਼ਾਂ ਨੇ ਕਰਨਾ ਸ਼ੁਰੂ ਕਰਤਾ। ਆਪਣੇ ਭਾਰਤ ਨੇ ਵੀ ਕਾਨੂੰਨ ਬਣਾਇਆ ਸੀ ਕਿ ਤੁਸੀਂ ਨਹੀਂ ਦੋਗੇ ਤਾਂ ਅਸੀਂ ਰਿਸ਼ਤੇ ਤੋੜ ਦਾਂਗੇ। ਫਿਰ ਹੁੰਦਾ ਕੀ ਹੈ, ਇਹ ਜਿੰਨੇ 'ਚ ਹਜੇ ਬਾਤਚੀਤ ਹੋ ਰਹੀ ਹੁੰਦੀ ਹੈ, ਇਹ ਗੱਲਾਂ ਇਸ ਸਰਕਲ 'ਚ ਪਹਿਲਾਂ ਹੀ ਘੁੰਮ ਜਾਂਦੀਆਂ ਕਿ ਇਹ ਹੋਣ ਵਾਲਾ ਹੈ। ਇਹ ਪੈਸੇ ਪਹਿਲਾਂ ਹੀ ਚੱਕ ਕੇ ਜਿਹੜਾ ਦੇਸ਼ ਇਹਨਾਂ ਨੇ ਬਾਹਰ ਰੱਖਿਆ ਹੁੰਦਾ ਜਾਂ ਕੱਢ ਦਿੰਦੇ ਆ ਉਸ ਲਿਸਟ ਚੋਂ, ਉੱਥੇ ਪੈਸਾ ਸਾਰਾ ਚਲਾ ਜਾਂਦਾ। ਅੱਜ ਮਤਲਬ ਅੱਜ ਦੀ ਡੇਟ ਵਿੱਚ ਇਹ 3 ਦੇਸ਼ ਹੈ। ਹਾਂਜੀ ਹਾਂਜੀ ਸਰ, ਇਹ ਪੈਸਾ ਟ੍ਰਾਂਸਫਰ ਕਿੱਦਾਂ ਕਰਦੇ ਹੋ ਉਸ ਬੈਂਕ ਤੱਕ? ਸਾਰਾ ਕੋਈ ਰਿਕਾਰਡ ਨਹੀਂ ਹੁੰਦਾ ਆਪਣੇ ਕੋਲ ਜੀ ਕਿਸੇ ਦੇ ਅਕਾਊਂਟ 'ਚੋਂ ਜਾਂਦਾ ਜਾਂ ਕਿੱਦਾਂ ਜਾ ਰਿਹਾ ਪੈਸਾ ਉੱਥੇ? ਇਹ ਸਰ ਕਰਦੇ ਕੀ ਆ, ਬਹੁਤ ਸਾਰੀਆਂ ਨਾ ਇਹਨਾਂ ਨੂੰ ਕਹਿੰਦੇ ਸ਼ੈਲ ਕੰਪਨੀਆਂ। ਸ਼ੈਲ ਕੰਪਨੀ ਕੀ ਹੋਊਗੀ, ਤੁਸੀਂ ਇਹ ਦੇਖੋਗੇ ਇੱਕ ਨਾ 200 ਸਕੁਆਇਰ ਫੁੱਟ ਦਾ ਕਮਰਾ ਲਿੱਤਾ ਹੋਊਗਾ ਕਿਸੇ ਨੇ, ਮਤਲਬ ਸਿਰਫ ਨਾਮ ਹੀ ਲਿਖਿਆ ਹੁੰਦਾ ਕਮਰੇ ਤੇ ਕਿ 200 ਸਕੁਆਇਰ ਫੁੱਟ ਦਾ ਕਮਰਾ ਲਿਆ, ਪਰ ਹੋਊਗਾ ਕਿ 200 ਸਕੁਆਇਰ ਫੁੱਟ ਦੇ ਕਮਰੇ ਵਿੱਚ ਉਹਨਾਂ ਨੇ ਦਿਖਾਇਆ ਹੋਊਗਾ ਕਿ ਸਾਡੇ ਇੱਥੇ 250 EMPLOYE ਕੰਮ ਕਰਦੇ ਆ। ਹੁਣ ਬੰਦਾ ਸੋਚ ਕੇ ਦੇਖੇ 200 ਸਕੁਆਇਰ ਫੁੱਟ ਵਿੱਚ ਤੁਹਾਡਾ 250 ਬੰਦਾ ਕਿੱਦਾਂ ਬੈਠ ਸਕਦਾ, ਠੀਕ ਹੈ। ਹੁੰਦਾ ਕੀ ਹੈ, ਉਸ 200 ਸਕੁਆਇਰ ਫੁੱਟ ਦੇ ਕਮਰੇ ਵਿੱਚ 2 ਜਾਂ 3 ਬੰਦੇ ਬਸ ਬੈਠੇ ਹੋਣਗੇ। ਉਹਨਾਂ ਦਾ ਕੰਮ ਇਹੀ ਹੁੰਦਾ ਕਿ ਕਿੱਦਾਂ ਪੈਸੇ ਟ੍ਰਾਂਸਫਰ ਹੁੰਦਾ ਕੀ ਹੈ। ਫਿਰ ਹੋਰ ਅੱਗੇ 50-60 ਸ਼ੈਲ ਕੰਪਨੀਆਂ ਬਣਾਈਆਂ ਜਾਂਦੀਆਂ, ਉਹਨਾਂ ਨੇ ਉਹਨੂੰ ਟ੍ਰਾਂਜੈਕਸ਼ਨ ਕੀਤੀ, ਉਹਨਾਂ ਨੂੰ ਉਹਨੂੰ ਟ੍ਰਾਂਜੈਕਸ਼ਨ ਕੀਤੀ। ਫਿਰ ਕੀ ਹੁੰਦਾ, ਬਹੁਤ ਸਾਰੇ ਇੰਪੋਰਟ ਤੇ ਐਕਸਪੋਰਟ ਦੇ ਨਕਲੀ ਪੇਪਰ ਬਣਾ ਲੈਂਦੇ, ਇਦਾਂ ਦਿਖਾਉਂਦੇ ਜਿਵੇਂ ਕੋਈ ਇੰਡੀਆ ਸ਼ਿਪ ਆਈ, ਉਹ ਇਹ ਸਾਰਾ ਸਮਾਨ ਲੈ ਕੇ ਆਈ ਹੈ ਤੇ ਉਹਦੇ ਲਈ ਅਸੀਂ ਪੇਮੈਂਟ ਕੀਤੀ ਆ। ਨਾ ਉਹ ਸ਼ਿਪ ਆਈ ਹੁੰਦੀ ਹੈ, ਨਾ ਉਹ ਕੰਟੇਨਰ ਆਏ ਹੁੰਦੇ, ਕੁਝ ਨਹੀਂ ਆਇਆ ਹੁੰਦਾ, ਬਸ ਉਹ ਪੈਸਾ ਘੁੰਮ ਕੇ ਉੱਥੇ ਭੇਜ ਦਿੰਦੇ ਆ। ਤੇ ਅਸਲੀ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਜਿਹੜਾ ਹਵਾਲਾ, ਜਿਵੇਂ ਹਵਾਲਾ ਕੀ ਹੈ, ਹਵਾਲਾ ਜਿਵੇਂ ਇਹ ਮੰਨਿਆ ਜਾਂਦਾ ਕਿ ਇੱਥੋਂ ਦੀ ਪੈਸਾ ਅਮਰੀਕਾ ਕਿੱਦਾਂ ਚਲਾ ਜਾਊਗਾ। ਹਵਾਲਾ 'ਚ ਜਿਹੜੇ ਤੁਹਾਡੀ ਗੱਲ ਹੈ ਨਾ ਕਿ ਜਿਵੇਂ ਮਤਲਬ ਹਵਾਲਾ ਕੀ ਹੈ, ਇਹ ਉਹ ਲੋਕ ਹੁੰਦੇ ਜਿਨ੍ਹਾਂ ਕੋਲੇ ਕੈਸ਼ ਹੀ ਕੈਸ਼ ਹੋਵੇ, ਮਤਲਬ ਕੈਸ਼ ਲੈ ਕੇ ਫਿਰ ਰਹੇ ਆ, ਉਹਨਾਂ ਨੂੰ ਅਮਰੀਕਾ ਪੈਸਾ ਭੇਜਣਾ। ਹੁਣ ਕੈਸ਼ ਕਿੱਦਾਂ ਟ੍ਰਾਂਸਫਰ ਹੋਊਗਾ? ਤਾਂ ਹੁੰਦਾ ਕੀ ਹੈ, ਦੂਜਾ ਇਹਨੂੰ ਲੱਭਣਾ ਇਸ ਲਈ ਟ੍ਰੇਸ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਹਵਾਲਾ ਜਿਹੜਾ ਹੈਗਾ ਨਾ ਉਹਦਾ ਪੈਸਾ ਫੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਸਰਕਾਰ ਲਈ। ਕਿਉਂਕਿ ਹਵਾਲੇ ਦੇ ਪੈਸੇ 'ਚ ਕੀ ਹੁੰਦਾ, ਹਵਾਲੇ ਦੇ ਪੈਸੇ 'ਚ ਨਾ ਐਕਚੁਅਲੀ 1 ਰੁਪਇਆ ਵੀ ਬੈਂਕ ਦੇ ਥਰੂ ਜਾਂਦਾ ਹੀ ਨਹੀਂ ਹੈ। ਹੁੰਦਾ ਕੀ ਹੈ, ਸਿਰਫ ਇੱਕ ਫੋਨ ਕਾਲ ਹੁੰਦੀ ਹੈ। ਇਹਨਾਂ ਨੇ ਕੀ ਕੀਤਾ ਹੁੰਦਾ, ਹੁਣ ਜਿਵੇਂ ਇੱਕ ਬੰਦਾ ਅਮਰੀਕਾ ਬੈਠਾ ਹੋਇਆ, ਇੱਕ ਐਗਜ਼ਾਮਪਲ ਦਿੰਦਾ, ਇੱਕ ਅਮਰੀਕਾ ਬੈਠਾ ਹੋਇਆ, ਇੱਕ ਇੰਡੀਆ ਬੈਠਾ ਹੋਇਆ। ਇਹਨਾਂ ਨੇ ਨਾ ਬਸ ਇੱਕ ਹਿਸਾਬ ਦੀ ਪੂਰੀ ਕਿਤਾਬ ਲਗਾਈ ਹੁੰਦੀ ਆ। ਜਿਹੜਾ ਬੰਦਾ ਇੰਡੀਆ 'ਚ ਬੈਠਾ, ਇਹਦੇ ਕੋਲ ਕੋਈ ਬੰਦਾ ਆਇਆ, ਉਹਨੇ ਕਿਹਾ ਕਿ ਮੈਂ 1 ਲੱਖ ਜਿਹੜੇ ਰੁਪਏ ਆ ਇਹ ਭੇਜਣੇ ਆ ਅਮਰੀਕਾ, ਜਿੰਨੇ ਵੀ ਡਾਲਰ ਬਣਦੇ ਆ,
ਠੀਕ ਹੈ, ਇਹ ਮੈਂ ਉੱਧਰ ਭੇਜਣੇ ਆ 7,000 ਤੁਹਾਡੇ ਡਾਲਰ ਬਣੇ, ਠੀਕ ਹੈ। ਉਹ ਕਹੂਗਾ, ਉਹ ਚ ਮਤਲਬ ਆਪਣੀ ਫੀ ਅੱਡ ਰੱਖ ਲੂਗਾ, ਚਲੋ ਮੈਂ ਲਗਾ ਲੈਣਾ, ਵੈਸੇ ਇੰਨੀ ਘੱਟ ਤਾਂ ਟ੍ਰਾਂਜੈਕਸ਼ਨ ਕਰਦੇ ਹੀ ਨਹੀਂ, ਪਰ ਚਲੋ ਆਪਣੇ ਐਗਜ਼ਾਮਪਲ ਲਈ ਆਪਾਂ ਛੋਟੀਆਂ ਫਿਗਰਸ ਤੇ ਚੱਲਦੇ ਹਾਂ ਕਿ 20,000 ਮੇਰੀ ਫੀ ਹੈ, ਬਾਕੀ ਮੈਂ, ਤੁਸੀਂ ਅਮਰੀਕਾ ਪਹੁੰਚ ਜਾਓ, ਉੱਥੇ ਜਾ ਕੇ ਤੁਹਾਨੂੰ ਆ ਲੱਖ ਦਾ ਜਿੰਨਾ ਬਣਦਾ ਅਸੀਂ ਪਹੁੰਚਾ ਦਾਂਗੇ, 7,000 ਜਿਹੜੇ ਡਾਲਰ ਆ ਉੱਥੇ ਤੁਹਾਨੂੰ ਮਿਲ ਜਾਣਗੇ। ਇਹ ਇੰਡੀਆ ਵਾਲੇ ਬੰਦੇ ਨੇ ਕਰਨਾ ਕੀ, ਇਹਨੇ ਉਹ ਪੈਸਾ ਕਿਤੇ ਵੀ ਬੈਂਕ ਅਕਾਊਂਟ 'ਚ ਲੱਖ ਰੁਪਏ ਕਿਤੇ ਡਿਪੋਜ਼ਿਟ ਨਹੀਂ ਕਰਵਾਉਣਾ। ਉਹਨੇ ਕੀ ਕਰਨਾ, ਬਸ ਆਪਣੇ ਦੂਜੇ ਬੰਦੇ ਨੂੰ, ਜਿਹੜਾ ਉਹਦਾ ਬੰਦਾ ਅਮਰੀਕਾ ਬੈਠਾ, ਉਹਨੂੰ ਕਾਲ ਕਰਨੀ ਹੈ ਕਿ ਮੇਰੇ ਕੋਲੇ ਇੱਥੇ ਲੱਖ ਰੁਪਇਆ ਆ ਗਿਆ, ਤੇਰੇ ਕੋਲੇ ਆਹ ਬੰਦਾ ਆਊਗਾ, ਉਹਨੂੰ 7,000 ਡਾਲਰ ਦੇ ਦੀ ਤੇ ਮੇਰੇ ਪਾਸੇ ਖਾਤੇ ਤੇ ਲਿਖ ਲਈ ਕਿ ਮੈਂ ਤੇਰੇ 7,000 ਦੇਣੇ ਆ, ਠੀਕ ਹੈ, ਤੇ ਇਹ ਲਿਖ ਕੇ ਰੱਖ ਲਈ। ਹੁਣ ਅਗਲੀ ਵਾਰੀ ਕੋਈ ਅਮਰੀਕਾ ਤੋਂ ਇੰਡੀਆ 'ਚ ਕਿਸੇ ਨੂੰ ਪੈਸੇ ਚਾਹੀਦੇ, ਆਪਣੇ ਭਾਰਤ 'ਚ ਕਿਸੇ ਨੂੰ ਪੈਸੇ ਚਾਹੀਦੇ ਆ, ਉਹ ਅਮਰੀਕਾ ਵਾਲਾ ਆਪਣੇ ਭਾਰਤ 'ਚ ਫੋਨ ਲਾਊਗਾ ਤੇ ਇਹਨੂੰ ਕਹੂਗਾ ਕਿ ਮੇਰੇ ਬੰਦੇ ਨੂੰ, ਆਪਾਂ ਇਹ ਲਗਾ ਕੇ ਚੱਲਦੇ ਹਾਂ ਕਿ ਮੇਰੇ ਬੰਦੇ ਨੂੰ 50,000 ਰੁਪਏ ਚਾਹੀਦੇ ਆ, ਤੂੰ ਮੇਰੇ ਵੱਲ 50,000 ਰੁਪਏ ਲਿਖ ਲਾ। ਤਾਂ ਆਹ ਜਿਹੜਾ ਹਿਸਾਬ ਸੀ ਪਲੱਸ ਮਾਈਨਸ ਹੋਈ ਜਾ ਰਿਹਾ ਨਾ, ਕਿ ਵਾਧਾ ਘਾਟਾ ਹੋਈ ਜਾ ਰਿਹਾ, ਇਹ ਇਦਾਂ ਚੱਲਦਾ ਹਵਾਲਾ ਦਾ ਪੈਸਾ। ਤਾਂ ਹੁੰਦਾ ਕੀ ਹੈ, ਜਦ ਤੱਕ ਪੈਸਾ ਟ੍ਰਾਂਜੈਕਸ਼ਨ 'ਚ ਨਹੀਂ ਜਾਊਗਾ ਨਾ, ਜਦ ਤੱਕ ਪੈਸਾ ਬੈਂਕ ਵਿੱਚ ਨਹੀਂ ਜਾਊਗਾ, ਉਹਨੂੰ ਲੱਭਣਾ ਬਹੁਤ ਔਖਾ ਹੈ। ਤੇ ਦੁਨੀਆ ਦੀ ਜਿੰਨਾ ਜ਼ਿਆਦਾ ਕਾਲਾ ਧਨ ਘੁੰਮ ਰਿਹਾ ਨਾ, ਉਹ ਸਿਰਫ 3 ਰੂਪ ਵਿੱਚ ਘੁੰਮ ਰਿਹਾ। ਜਾਂ ਤਾਂ ਹਵਾਲਾ ਵਾਂਗੂ ਇਦਾਂ ਕਿ ਸਿਰਫ ਇੱਕ ਫੋਨ ਕਾਲ ਤੇ ਘੁੰਮ ਜਾਂਦਾ ਪੈਸਾ, ਦੂਜੀ ਗੱਲ ਹੈ ਤੁਹਾਡੇ 골ਡ ਵਿੱਚ, ਜਿਹੜਾ ਤੁਹਾਡਾ ਸੋਨਾ ਹੈ, ਤੇ ਤੀਜਾ ਤੁਹਾਡੀ ਪ੍ਰਾਪਰਟੀ ਹੈ ਜਿਹੜੀ। ਤੇ ਤਿੰਨਾਂ ਦੇ ਰਿਗਾਰਡਿੰਗ ਦੇਖੋ, ਹਰ ਚੀਜ਼ ਦੇ ਨਾਲ ਕਾਨੂੰਨ ਬਣ ਰਹੇ ਆ ਆਪਣੇ ਭਾਰਤ 'ਚ। ਕਦੀ ਇਹ ਦੇਖ ਕੇ ਦੇਖੋ, ਆਪਾਂ ਇਹਨਾਂ ਦੇ ਨਾਲ ਕਦੀ ਵੀ ਕੋਈ ਕਾਨੂੰਨ ਨਹੀਂ ਬਣਾਉਂਦੇ। ਹੁਣ ਆਪਣਾ ਆਧਾਰ ਹੈ, ਆਧਾਰ ਆਪਣਾ ਹਰ ਚੀਜ਼ ਨਾਲ ਜੁੜਿਆ, ਆਧਾਰ ਨਾਲ ਤੁਸੀਂ ਹਰ ਚੀਜ਼ ਜੋੜ ਸਕਦੇ ਹੋ, ਠੀਕ ਹੈ। ਪਰ ਕਿੰਨੀਆਂ ਚੀਜ਼ਾਂ ਜਿਹੜੀ ਆਧਾਰ ਨਾਲ ਆਪਾਂ ਜੋੜ ਹਜੇ ਵੀ ਨਹੀਂ ਸਰਕਾਰ ਰਹੀ, ਕਿਉਂਕਿ ਉੱਥੇ ਉਹਨਾਂ ਦੇ ਕਈ ਲੋਕਾਂ ਦੇ, ਮੈਂ ਸਾਰਿਆਂ ਨੂੰ ਨਹੀਂ ਬੁਰਾ ਕਹਿੰਦਾ, ਕਈ ਲੋਕਾਂ ਦੇ ਆਪਣੇ ਕੁਝ ਇੰਟਰਸਟ ਹੋਣੇ ਆ, ਉਹ ਸਰਕਾਰ ਉੱਤੇ ਉਹ ਦਬਾਅ ਬਣਾ ਕੇ ਬੈਠੇ ਹੋਣੇ ਆ ਕਿ ਤੁਸੀਂ ਕਰਨਾ ਨਹੀਂ ਹੈ, ਠੀਕ ਹੈ। ਤਾਂ ਇਸ ਕਾਰਨ ਇਸ ਤੋਂ ਬਾਅਦ ਇੱਕ ਹੋਰ ਤੁਸੀਂ ਦੇਸ਼, ਕਈ ਵਾਰੀ ਇਹ ਵੀ ਆਪਾਂ ਕਿਤੇ ਨਾ ਕਦੀ ਕਰੰਟ ਅਫੇਅਰ ਵਿੱਚ ਪੜਾਂਗੇ, ਹੇਤੀ ਦਾ ਦੇਸ਼ ਆ। ਹੇਤੀ ਕਿਉਂ ਹੈਗਾ ਇਹ ਨਾ, ਇਹ ਇਦਾਂ ਦਾ ਦੇਸ਼ ਹੈ, ਇਹ ਬਰਬਾਦ ਹੈ, ਇਹ ਮਤਲਬ ਕਿਸੇ ਵੀ ਚੰਗੀ ਚੀਜ਼ ਲਈ ਨਿਊਜ਼ ਨਹੀਂ ਆਉਂਦਾ, ਇੱਥੇ ਬੁਰੀਆਂ ਖਬਰਾਂ ਹੀ ਆਉਂਦੀਆਂ। ਹਰ ਸਾਲ ਇੱਥੇ ਤੂਫਾਨ ਜਾਂ ਕਦੀ ਭੂਕੰਪ ਆ ਗਿਆ, ਕਦੀ ਤੂਫਾਨ ਆ ਗਏ, ਇਹ ਦੇਸ਼ ਨੂੰ ਤਾਂ ਵਿਚਾਰੇ ਕੁਦਰਤ ਨਹੀਂ ਮਾਰਿਆ ਪਿਆ, ਹਰ ਸਾਲ ਇੱਥੇ ਕੁਛ ਨਾ ਕੁਛ ਤੂਫਾਨ, ਕੁਛ ਨਾ ਕੁਛ ਆਇਆ ਹੀ ਰਹਿੰਦਾ। ਤੇ ਇਸ ਕਾਰਨ ਇਹਨਾਂ ਦਾ ਵੈਸੇ ਹਾਲਾਤ ਖਰਾਬ ਰਹਿੰਦੇ ਆ। ਤੇ ਇਹ ਸਾਰੇ ਮਿਲ ਕੇ ਬਣਾਉਂਦੇ ਆ ਤੁਹਾਡੀ ਵੈਸਟ ਇੰਡੀਜ਼ ਦੀ ਜਿਹੜੀਆਂ ਟੀਮਾਂ ਬਣਦੀਆਂ, ਠੀਕ ਹੈ। ਤਾਂ ਅਗਲੀ ਵਾਰੀ ਮੈਚ ਦੇਖੋ ਤਾਂ ਤੁਹਾਨੂੰ ਇਹ ਵੀ ਪਤਾ ਹੈ ਕਿ ਵੈਸਟ ਇੰਡੀਜ਼ ਕੀ ਚੀਜ਼, ਕਿੱਥੋਂ ਇਹ ਲੋਕ ਆ ਰਹੇ ਆ ਸਾਰੀ ਜਗ੍ਹਾ ਤੋਂ, ਅੱਡ-ਅੱਡ ਆਈਲੈਂਡ ਤੋਂ ਹੁੰਦੇ ਇਹ। ਇੱਥੇ ਵੀ ਬਹੁਤ ਸਾਰੇ ਇਦਾਂ ਦੇ ਲੋਕ ਆ ਜਿਹੜੇ ਪਿੱਛੋਂ ਦੀ ਭਾਰਤੀ ਹੀ ਆ, ਮਤਲਬ ਆਪਣੇ ਭਾਰਤ ਨੂੰ ਹੀ ਬਿਲੋਂਗ ਕਰਦੇ ਆ। ਹੋਇਆ ਕੀ ਸੀ, ਬਹੁਤ ਸਾਰੇ ਲੋਕਾਂ ਨੂੰ ਇੱਥੋਂ ਦੀ, ਆਪਣੇ ਜਦੋਂ ਆਪਣੇ ਉੱਤੇ ਅੰਗਰੇਜ਼ ਰਾਜ ਕਰਦੇ ਸੀ, ਆਪਣੇ ਇੱਥੋਂ ਦੀ ਉਹ ਲੋਕਾਂ ਨੂੰ ਫੜ ਕੇ ਲੈ ਗਏ ਸੀ, ਆਪਣੇ ਜਿਹੜੇ ਗੋਰੇ ਆ, ਤੇ ਉਹਨਾਂ ਨੇ ਇੱਥੇ ਖੇਤੀ ਕਰਵਾਉਣ ਲਗਾਤੇ ਸੀ, ਮਤਲਬ ਜ਼ਬਰਦਸਤੀ ਖੇਤੀ ਕਰਾਉਣ ਲਗਾਤੇ ਸੀ। ਹੁਣ ਜਦੋਂ ਸਾਰੇ ਦੁਨੀਆ ਵਿੱਚ ਆਜ਼ਾਦੀ ਫੈਲੀ ਆ, ਉਦੋਂ ਜਿਹੜੇ ਉਸ ਦੇਸ਼ ਵਿੱਚ ਸੀਗੇ, ਉਹਨਾਂ ਨੇ ਉੱਥੇ ਛੋਟੇ ਮੋਟੇ ਆਪਣੇ ਘਰ ਪਾ ਲਏ ਸੀ, ਆਪਣਾ ਕੋਈ ਕੰਮ ਜਮਾ ਲਿਆ ਸੀ, ਕੁਛ ਨਾ ਕੁਛ ਕਰ ਲਿਆ ਸੀ ਉਹਨਾਂ ਨੇ, ਤਾਂ ਫਿਰ ਉਹ ਉੱਥੇ ਹੀ ਵਸ ਗਏ। ਪਰ ਅੱਜ ਵੀ ਜਦੋਂ ਤੁਸੀਂ ਦੁਨੀਆ ਦੇ ਇਹ ਦੇਸ਼ ਘੁੰਮਣ ਜਾਓਗੇ, ਜਾਂ ਜਿਵੇਂ ਤੁਹਾਡੇ ਹੋਰ ਆਪਣੇ ਹਿੰਦ ਮਹਾਸਾਗਰ ਵਿੱਚ ਜਿਹੜੇ ਦੇਸ਼ ਹੈਗੇ ਆ, ਜਿਵੇਂ ਮੌਰੀਸ਼ੀਅਸ ਹੋ ਗਿਆ, ਠੀਕ ਹੈ, ਇੱਕ ਸੇਚਲਸ ਇੱਕ ਹੋਰ ਦੇਸ਼ ਪੈਂਦਾ, ਉਹ ਵੀ ਕਿਸੇ ਕਰੰਟ ਅਫੇਅਰ 'ਚ ਆਪਾਂ ਉਹ ਵਾਲੇ ਆਈਲੈਂਡ ਵੀ ਦੇਖਾਂਗੇ। ਉੱਥੇ ਤੁਸੀਂ ਜਾਓਗੇ ਨਾ, ਤੁਸੀਂ ਦੇਖੋਗੇ ਕਿ ਸਭ ਤੋਂ ਵੱਡਾ ਧਰਮ ਵੀ ਹਿੰਦੂ, ਬੁੱਧ, ਇਹੀ ਲੋਕ ਫਿਰਦੇ ਆ। ਤੇ ਦੂਜਾ ਉਹਨਾਂ ਦੇ ਜਿਹੜੇ ਨਾਮ ਵੀ ਹੈ, ਠੀਕ ਹੈ, ਈਵਨ ਉਹਨਾਂ ਦੇ, ਜੇ ਤੁਸੀਂ ਮੌਰੀਸ਼ੀਅਸ ਵਰਗਿਆਂ ਦੇ ਤਾਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਰਗਿਆਂ ਦੇ ਵੀ ਨਾਮ ਸਰਚ ਕਰਕੇ ਦੇਖੋਗੇ, ਉਹ ਜ਼ਿਆਦਾਤਰ ਭਾਰਤੀ ਹੀ ਹੈ, ਮਤਲਬ ਕਿਸ ਦਾ ਨਾਮ ਰਾਮ ਹੈ, ਕਿਸੇ ਦਾ ਮੋਹਨ ਹੈ, ਇਦਾਂ ਦੇ ਨਾਮ ਦੇ, ਮਤਲਬ ਆਪਣੇ ਭਾਰਤੀ ਨਾਮ ਦੇ ਹੀ ਲੋਕ ਉੱਥੇ ਫਿਰਦੇ ਆ। ਤਾਂ ਉਹਨਾਂ ਦਾ ਬਹੁਤ ਹੀ ਪਰ ਉਹ ਉਹਨਾਂ ਨੂੰ ਹਿੰਦੀ ਥੋੜੀ ਆਉਂਦੀ ਹੁੰਦੀ ਹੈ, ਉਹ ਕਿਉਂਕਿ ਉੱਥੋਂ ਦੀ ਭਾਸ਼ਾਵਾਂ ਹੀ ਹੁਣ ਸਿੱਖ ਚੁੱਕੇ ਆ। means to say Indian race ਦੇ peoples, ਹਾਂਜੀ ਹਾਂਜੀ, ਇੰਡੀਅਨ ਰੇਸ ਦੇ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸਰ ਜੀ ਇੱਕ ਇੱਥੇ ਇਹ ਚ ਜਮਾਇਕਾ ਵੀ ਦੇਖ ਰਿਹਾ ਜੀ। ਹਾਂਜੀ ਹਾਂਜੀ, ਜਮਾਇਕਾ ਇਹ ਵੀ ਵੈਸਟ ਇੰਡੀਜ਼ ਦਾ ਹੀ ਪਾਰਟ ਬਣ ਜਾਂਦਾ ਨਾ,
ਹੁਸੈਨ ਇਹ ਬੋਲਟ ਤੁਹਾਡੇ ਇੱਥੋਂ ਦੀ ਨਾ ਜੀ, ਹਾਂਜੀ ਹੁਸੈਨ ਬੋਲਟ। ਹਾਂਜੀ ਹਾਂਜੀ ਉਸ਼ੇਨ ਬੋਲਟ ਇੱਥੋਂ ਦਾ ਹੀ ਹੈ ਜੀ ਜੀ ਜੀ। ਬਿਲਕੁਲ। ਠੀਕ ਹੈ, ਤੁਹਾਡਾ ਸਭ ਤੋਂ ਤੇਜ਼ ਆਦਮੀ ਜਿਹੜਾ ਹੈ ਉਹ ਵੀ ਇੱਥੋਂ ਹੀ ਹੈ। ਅਗਲਾ ਜਿਹੜਾ ਹੈਗਾ ਇੱਕ ਪੋਰਟ ਬਾਰੇ ਅੱਜ ਤੁਹਾਡੇ ਪੇਪਰ 'ਚ ਆਇਆ ਹੋਇਆ ਸੀ, ਹੰਬਨ ਟੋਟਾ ਪੋਰਟ। ਇਹ ਜਿਹੜਾ ਪੋਰਟ ਹੈ ਨਾ, ਇਹ ਤੁਹਾਡੇ ਸ਼੍ਰੀਲੰਕਾ ਦੇ ਦੇਸ਼ ਵਿੱਚ ਪੈਂਦਾ ਹੈ। ਦੇਖੋ ਮੈਂ ਤੁਹਾਨੂੰ ਮੈਪ 'ਚ ਹੀ ਦਿਖਾਣਾ, ਆ ਰਿਹਾ ਹੰਬਨ ਟੋਟਾ। ਦੇਖੋ ਆ ਭਾਰਤ ਦੇ ਬਿਲਕੁਲ ਥੱਲੇ ਪੈਂਦਾ, ਇੱਥੇ ਉੱਤੇ ਭਾਰਤ ਖਤਮ ਹੁੰਦਾ, ਠੀਕ ਹੈ। ਥੋੜਾ ਜਿਹਾ ਵਿੱਚ ਆਪਣੇ ਪਾਣੀ ਹੈਗਾ ਤੇ ਉਸ ਤੋਂ ਬਾਅਦ ਇੱਥੋਂ ਆਪਣਾ ਸ਼੍ਰੀਲੰਕਾ ਸ਼ੁਰੂ ਹੋ ਜਾਂਦਾ। ਸ਼੍ਰੀਲੰਕਾ ਵਿੱਚ ਹੁਣ ਕੀ ਹੈ ਕਿ ਸ਼੍ਰੀਲੰਕਾ ਵਿੱਚ ਆਹ ਹੰਬਨ ਟੋਟਾ ਪੋਰਟ ਕਿਉਂ ਆਪਣੇ ਲਈ ਏਡਾ ਜ਼ਰੂਰੀ ਕਰੰਟ ਅਫੇਅਰ ਲਈ ਕਿਉਂ ਬਣ ਰਿਹਾ? ਦੇਖੋ ਹੋ ਕੀ ਰਿਹਾ, ਇਹ ਜਿਹੜਾ ਹੰਬਨ ਟੋਟਾ ਪੋਰਟ ਸੀਗਾ ਨਾ, ਇਹਦੇ ਵਿਕਾਸ ਲਈ ਪੈਸਾ ਦਿੱਤਾ ਸੀ, ਮਤਲਬ ਇਹਨਾਂ ਨੇ ਸ਼੍ਰੀਲੰਕਾ ਨੇ ਕੀ ਕੀਤਾ ਸੀ, ਇਹਨੂੰ ਬਣਾਉਣ ਲਈ ਪੈਸਾ ਲਿੱਤਾ ਸੀ ਚੀਨ ਤੋਂ, ਠੀਕ ਹੈ। ਚੀਨ ਸਰਕਾਰ ਤੋਂ ਇਹਦੇ ਲਈ ਪੈਸਾ ਲਿੱਤਾ ਸੀ। ਪਰ ਹੋਇਆ ਕਿ ਜਦੋਂ ਚੀਨ ਨੇ ਤਾਂ ਪੈਸਾ ਲੋਨ ਤੇ ਦਿੱਤਾ ਸੀ, ਤਾਂ ਚੀਨ ਜਦੋਂ ਪੈਸਾ ਦਿੰਦਾ ਨਾ, ਹੁਣ ਚੀਨ ਨੇ ਨਾ ਦੁਨੀਆ 'ਚ ਇੱਕ ਅੱਡ ਤਰੀਕੇ ਦਾ ਮਾਡਲ ਬਣਾਇਆ ਹੋਇਆ ਦੁਨੀਆ 'ਚ ਕਿੱਦਾਂ ਕਬਜ਼ਾ ਕਰਨਾ। ਚੀਨ ਨੇ ਹੋਇਆ ਕੀ ਹੈ, ਚੀਨ ਨੇ ਸਾਰੀ ਦੁਨੀਆ 'ਚ ਕਿਉਂਕਿ ਹਰ ਚੀਜ਼ ਮੇਡ ਇਨ ਚਾਈਨਾ ਆਪਾਂ ਦੇਖਦੇ ਹੀ ਆ, ਹਰ ਚੀਜ਼ ਚਾਈਨਾ 'ਚ ਬਣ ਰਹੀ ਹੈ, ਤਾਂ ਚਾਈਨਾ ਨੇ ਦੁਨੀਆ ਭਰ 'ਚ ਸਮਾਨ ਵੇਚ ਕੇ ਨਾ ਚਾਈਨਾ ਆਪਣੇ ਆਪ 'ਚ ਦੇਸ਼ ਬਹੁਤ ਅਮੀਰ ਹੋ ਗਿਆ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਟਾਈਮ ਉਹ ਅਮਰੀਕਾ ਤੋਂ ਜ਼ਿਆਦਾ ਅਮੀਰ ਹੈ, ਠੀਕ ਹੈ। ਮਤਲਬ ਹਜੇ ਅਮਰੀਕਾ ਵੀ ਇਹ ਵਾਲੇ ਫਿਰ ਨੰਬਰਾਂ ਨੂੰ ਦਬਾਉਂਦਾ, ਕਿਉਂਕਿ ਫਿਰ ਸਾਰੇ ਹੀ ਚੀਨ ਨੂੰ ਸਭ ਤੋਂ ਵੱਡੀ ਤਾਕਤ ਮੰਨਣ ਲੱਗ ਜਾਣਗੇ, ਕਿਉਂਕਿ ਸਭ ਤੋਂ ਪਹਿਲਾਂ ਪੈਸਾ ਹੀ ਹੈ ਜਿਹੜਾ ਤਾਕਤ ਦਿਖਾਉਂਦਾ, ਉਸ ਤੋਂ ਬਾਅਦ ਫੌਜ ਤੋਂ ਬਾਅਦ ਹੀ ਬਣਦੀ ਹੈ, ਪਹਿਲਾਂ ਸਭ ਤੋਂ ਪਹਿਲਾਂ ਪੈਸੇ ਦੀ ਇਹ ਜ਼ੋਰ ਹੈ। ਤਾਂ ਹੁਣ ਚੀਨ ਨੇ ਜਿੰਨਾ ਪੈਸਾ ਕਮਾਇਆ, ਹੁਣ ਇਹ ਦੁਨੀਆ ਭਰ ਵਿੱਚ ਆਪਣਾ ਰੋਬ ਬਣਾਉਣ ਲਈ, ਆਪਣੇ ਆਪ ਨੂੰ ਜਮਾਉਣ ਲਈ ਪੂਰੀ ਦੁਨੀਆ 'ਚ ਕਰਦਾ ਕੀ ਹੈ, ਦੁਨੀਆ ਵਿੱਚ ਜਿਹੜਾ ਵੀ ਦੇਸ਼ ਚਾਹੁੰਦਾ ਹੈ ਕਿ ਉਹਨੂੰ ਲੋਨ ਚਾਹੀਦਾ, ਚੀਨ ਕਹਿੰਦਾ ਸਾਡੇ ਤੋਂ ਲੈ ਲਓ, ਜਿੰਨਾ ਲੋਨ ਚਾਹੀਦਾ ਸਾਡੇ ਤੋਂ ਲੈ ਲਓ। ਜਿਵੇਂ ਅੱਜ ਸਵੇਰ ਦੀ ਇੱਕ ਹੋਰ ਖਬਰ ਵੀ ਸੀ, ਉਹ ਆਪਣੇ ਲਈ ਨਹੀਂ ਕੋਈ ਜ਼ਰੂਰੀ ਨਹੀਂ ਹੈ, ਪਾਕਿਸਤਾਨ ਦੇ ਲੋਨ ਦੀ ਵੀ ਖਬਰ ਸੀ, ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ। ਸਾਰੀ ਦੁਨੀਆ 'ਚ ਹੁਣ ਕੀਤਾ ਕੀ ਹੈ, ਬਹੁਤ ਸਾਰੇ ਅਫਰੀਕਾ ਦੇ ਤੁਹਾਡੇ ਦੇਸ਼, ਬਹੁਤ ਸਾਰੇ ਏਸ਼ੀਆ ਦੇ ਦੇਸ਼, ਜਿਵੇਂ ਆ ਸ਼੍ਰੀਲੰਕਾ ਹੀ ਹੋ ਗਿਆ, ਬੰਗਲਾਦੇਸ਼ ਹੋ ਗਿਆ, ਪਾਕਿਸਤਾਨ ਹੋ ਗਿਆ, ਇਹ ਸਾਰਿਆਂ ਨੂੰ ਉਹ ਲੋਨ ਵੰਡਦਾ ਰਹਿੰਦਾ। ਪਰ ਹੁਣ ਹੈ ਕਿ ਵੈਸੇ ਜਦੋਂ ਦੇਸ਼ਾਂ ਨੂੰ ਕਿਤੇ ਅੰਤਰਰਾਸ਼ਟਰੀ ਲੋਨ ਮਿਲਦੇ ਆ ਨਾ, ਆਪਾਂ ਜਿਵੇਂ ਲੋਨ ਲੈਣ ਜਾਈਏ ਆਪਾਂ ਨੂੰ 10% 12% ਤੇ ਲੋਨ ਮਿਲਦਾ। ਜਦੋਂ ਆਪਣੇ ਦੇਸ਼ ਲੋਨ ਲੈਂਦੇ ਆ ਨਾ, ਕਿਸੇ ਬਾਹਰ ਦੇ ਕਿਸੇ ਕੋਈ ਇੰਸਟੀਚਿਊਟ ਹੈ ਜਾਂ ਕੋਈ ਹੋਰ ਦੇਸ਼ ਹੈ, ਵੈਸੇ ਆਮ ਤੌਰ ਤੇ ਲੋਨ ਮਿਲਦਾ ਜਿਹੜੇ ਚੰਗੇ, ਮਤਲਬ ਭਾਰਤ ਵਰਗੇ ਜਿਨ੍ਹਾਂ ਦੀ ਅਰਥ ਵਿਵਸਥਾ ਚੰਗੀ ਬਣੀ ਹੋਈ ਹੈ, ਜਿਹੜੇ ਚੰਗੇ ਤਰੱਕੀ ਕਰ ਰਹੇ ਆ, ਉਹ ਦੇਸ਼ਾਂ ਨੂੰ, ਮਤਲਬ ਆਪਣੇ ਭਾਰਤ ਵਰਗੇ ਦੇਸ਼ਾਂ ਨੂੰ ਮਿਲਦਾ 1% 3% ਦੇ ਕਰੀਬ ਲੋਨ ਮਿਲਦਾ, ਠੀਕ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਇਹ ਚੁਕਾ ਦੇਣਗੇ ਵਾਪਸ। ਹੁਣ ਥੋੜੇ ਚੀਨ ਲਈ ਭਾਰਤ ਵਰਗੇ ਦੇਸ਼ ਕੋਈ ਵੀ ਇਸ ਲਈ ਮਤਲਬ ਭਾਰਤ ਨੂੰ ਲੋਨ ਦੇਣ 'ਚ ਵੈਸੇ ਵੀ ਕੋਈ ਇੰਟਰਸਟ ਨਹੀਂ ਰੱਖਦਾ, ਕਿਉਂਕਿ ਭਾਰਤ ਦਾ ਪਤਾ ਹੀ ਹੈ ਕਿ ਉਹ ਚੁਕਾ ਦੂਗਾ, ਤੇ ਇਸ ਕਾਰਨ ਇੰਟਰਸਟ ਰੇਟ ਘੱਟ ਦੇਣਾ ਪੈਣਾ। ਉਹ ਕੀ ਕਰਦਾ, ਇਦਾਂ ਦੀ ਛੋਟੇ ਦੇਸ਼ਾਂ ਦੀ ਜਾਂ ਜਿਨ੍ਹਾਂ ਦੀ ਅਰਥ ਵਿਵਸਥਾ ਕਮਜ਼ੋਰ ਹੋਵੇ, ਜਿਨ੍ਹਾਂ ਦੀ ਆਰਥਿਕ ਹਾਲਤ ਚੰਗੀ ਨਾ ਹੋਵੇ, ਉਹ ਦੇਸ਼ਾਂ ਨੂੰ ਉਹ ਫੜਦਾ। ਜਿਵੇਂ ਪਾਕਿਸਤਾਨ ਹੋ ਗਿਆ, ਤੁਹਾਡਾ ਸ਼੍ਰੀਲੰਕਾ ਹੋ ਗਿਆ, ਇਹਨਾਂ ਨੂੰ ਕੀ ਕਹਿੰਦਾ ਕਿ ਤੁਹਾਨੂੰ ਇੱਥੇ, ਮਤਲਬ ਦੇਖੋ ਹਰ ਦੇਸ਼ ਨੂੰ ਪਤਾ ਹੈ ਕਿ ਜਦ ਤੱਕ ਅਸੀਂ ਇਨਫਰਾਸਟ੍ਰਕਚਰ ਜਿੰਨਾ ਵੀ ਆ ਤੁਹਾਡੇ, ਚਾਹੇ ਪੋਰਟ ਹੋ ਗਏ ਚਾਹੇ ਸੜਕਾਂ ਹੋ ਗਈਆਂ, ਦੇਖੋ ਇੱਕ ਚੀਜ਼ ਨਾ, ਤੁਹਾਡੇ ਜਿਹੜੇ ਜਮਸ਼ੇਦ ਟਾਟਾ ਸੀ, ਜਿਨ੍ਹਾਂ ਨੇ ਟਾਟਾ ਸਾਰਾ ਸ਼ੁਰੂ ਕੀਤਾ, ਉਹਨਾਂ ਨੇ ਇੰਡੀਆ 'ਚ ਆ ਕੇ ਆਪਣੇ ਤੁਹਾਡੇ ਸਟੀਲ ਦੀ ਫੈਕਟਰੀ ਲਗਾਈ ਸੀ ਜਮਸ਼ੇਦਪੁਰ ਵਿੱਚ, ਤੁਹਾਡੇ ਉਹਨਾਂ ਦੇ ਨਾਮ ਤੇ ਫਿਰ ਉਹ ਸ਼ਹਿਰ ਦਾ ਨਾਮ ਪੈ ਗਿਆ। ਪਰ ਉਹ ਅਮਰੀਕਾ ਤੋਂ ਨਾ ਇੱਕ ਲਾਈਨ ਸੁਣ ਕੇ ਆਏ ਸੀ ਇੰਗਲਿਸ਼ 'ਚ, ਜਿਹਨੂੰ ਕਹਿੰਦੇ ਆ ਕੰਟਰੀ ਵਿਚ ਹੈਜ਼ ਰੋਡਸ ਵਿਲ ਹੈਵ ਗੋਲਡ, ਯਾਨੀ ਕਿ ਜਿਹੜੇ ਦੇਸ਼ ਕੋਲੇ ਸੜਕਾਂ ਉਹਦੇ ਕੋਲੇ ਹੀ ਸੋਨਾ ਹੋਊਗਾ। ਇਹਦਾ ਮਤਲਬ ਕੀ ਸੀ, ਅਮਰੀਕਾ ਤੋਂ ਸੁਣ ਕੇ ਆਏ ਸੀ। ਇਹਦਾ ਇਹ ਮਤਲਬ ਸੀ ਕਿ ਜਿਹੜੇ ਦੇਸ਼ ਕੋਲ ਇੱਕ ਚੰਗਾ ਇਨਫਰਾਸਟ੍ਰਕਚਰ ਬਣਿਆ ਹੋਇਆ, ਚੰਗੀਆਂ ਸੜਕਾਂ ਬਣੀਆਂ ਹੋਈਆਂ, ਚੰਗੇ ਪੁਲ ਬਣੇ ਆ, ਚੰਗੇ ਰੇਲਵੇ ਚੱਲ ਰਹੀ ਆ, ਚੰਗੇ ਪੋਰਟ ਬਣੇ ਆ, ਹੁਣ ਹੋਊਗਾ ਕੀ, ਮਤਲਬ ਇੱਕ ਸੜਕਾਂ, ਇਹ ਸਾਰੀ ਚੀਜ਼ਾਂ ਦਾ ਲੈਣਾ ਦੇਣਾ ਕੀ ਹੈ ਤੁਹਾਡੇ ਸਾਰੀ ਆਰਥਿਕ ਸਥਿਤੀ ਨਾਲ। ਦੇਖੋ ਜੇ ਮੈਂ ਕੋਈ ਵੀ ਸਮਾਨ, ਆਪਾਂ ਇਹੀ ਲਗਾਈਏ, ਮੈਂ ਪੰਜਾਬ 'ਚ ਸਾਈਕਲ ਬਣਾ ਰਹੇ, ਜਿਵੇਂ ਹੁਣ ਪੰਜਾਬ 'ਚ ਲੁਧਿਆਣੇ ਬਹੁਤ ਵੱਡੀ ਇੰਡਸਟਰੀ ਹੈ ਸਾਈਕਲ ਦੀ। ਹੁਣ ਸਾਈਕਲ ਭਾਰਤ ਦੇ ਲੋਕੀ ਥੋੜੀ ਇੰਨੇ ਪੈਸੇ ਦੇਣਗੇ ਸਾਈਕਲ ਲਈ, ਆਪਾਂ ਹਮੇਸ਼ਾ ਪੈਸੇ ਬਚਾਉਣ ਦੀ ਗੱਲ ਕਰਦੇ ਹਾਂ ਤੇ ਆਪਾਂ ਚੀਜ਼ਾਂ ਸਸਤੀਆਂ ਖਰੀਦਾਂਗੇ। ਜ਼ਿਆਦਾਤਰ ਜਿਹੜੀ ਕੰਪਨੀਆਂ ਜਿਹੜਾ ਚੰਗਾ ਮਾਲ ਬਣਾਉਂਦੀਆਂ ਨੇ, ਉਹ ਇਸੇ ਲਈ ਬਾਹਰ ਭੇਜਦੀਆਂ, ਕਿਉਂਕਿ ਉੱਥੇ ਉਸ ਚੀਜ਼ ਦਾ
ਉਹਨਾਂ ਨੂੰ ਪੈਸੇ ਜ਼ਿਆਦਾ ਮਿਲਣਗੇ। ਜਿਵੇਂ ਹੁਣ ਕਿਸਾਨਾਂ ਦੀ ਗੱਲ ਕਰੀਏ, ਆਪਾਂ ਨੂੰ ਆਪਣਾ 1 ਕਿਲੋ ਆਟਾ ਕਿੰਨੇ ਕੁ ਦਾ ਇਸ ਟਾਈਮ? 30 40, ਵਧੀਆ ਤੋਂ ਵਧੀਆ 60 ਦਾ ਹੋਊਗਾ। ਜੇ ਉਹੀ ਆਟਾ ਜਿਹੜੇ ਲੋਕ ਐਕਸਪੋਰਟ ਕਰਦੇ ਆ, ਮਤਲਬ ਜਿਹੜਾ ਅੱਜ ਕੱਲ ਥੋੜਾ ਕੁਦਰਤੀ ਖੇਤੀ ਜਿਵੇਂ ਆਰਗੈਨਿਕ ਕਲਚਰ ਚੱਲਿਆ ਹੋਇਆ, ਜੇ ਆਰਗੈਨਿਕ ਆਟਾ ਮਤਲਬ ਜਿਵੇਂ ਆਪਣਾ ਆਰਗੈਨਿਕ ਆਟਾ ਜ਼ਿਆਦਾ ਤੋਂ ਜ਼ਿਆਦਾ 200 ਕਿਲੋ ਦਾ ਵਿਕ ਜੂਗਾ, 200 ਰੁਪਏ ਪਰ ਕੇਜੀ, ਮਤਲਬ 200 ਰੁਪਏ ਦਾ 1 ਕਿਲੋ ਵਿਕ ਜੂਗਾ। ਜੇ ਉਹੀ ਆਟਾ ਉਹ ਚੱਕ ਕੇ ਅਮਰੀਕਾ ਭੇਜਦੇ ਆ ਨਾ, ਅਮਰੀਕਾ 'ਚ ਉਹੀ 1 ਕਿਲੋ ਦਾ ਉਹਨਾਂ ਨੂੰ ਮਿਲਦਾ 1500 ਰੁਪਏ। ਤਾਂ ਦੱਸੋ ਇੰਡੀਆ 'ਚ ਕਿਉਂ ਵੇਚਣਗੇ? ਤਾਂ ਹੀ ਜਿਹੜੀਆਂ ਚੰਗੀਆਂ ਚੀਜ਼ਾਂ ਸਾਰੀਆਂ ਬਾਹਰ ਚਲੀਆਂ ਜਾਂਦੀਆਂ। ਪਰ ਗੱਲ ਕੀ ਹੈ, ਹੁਣ ਇਹਦਾ ਜਿਹੜਾ ਵੀ ਹੁਣ ਵੇਚ ਰਿਹਾ ਉਹ ਅਗਲਾ ਬੰਦਾ ਤਾਂ ਅਮੀਰ ਹੋ ਹੀ ਰਿਹਾ, ਤਾਂ ਤੇ ਅਗਲਾ ਬੰਦਾ ਟੈਕਸ ਭਰੂਗਾ ਤਾਂ ਦੇਸ਼ ਵੀ ਅਮੀਰ ਹੋ ਰਿਹਾ। ਤਾਂ ਇਹਦੇ ਨਾਲ ਹੁਣ ਹੁੰਦਾ ਕੀ ਹੈ, ਇਹ ਸਾਰੀਆਂ ਚੀਜ਼ਾਂ ਬਾਹਰ ਭੇਜਣ ਲਈ ਚਾਹੀਦੀਆਂ ਕਿ ਜਿੰਨਾ ਸਸਤਾ ਹੋ ਸਕੇ ਸਮਾਨ ਉਨਾ ਸਸਤਾ ਕਰਨਾ ਜ਼ਰੂਰੀ ਹੈ। ਹੁਣ ਸਮਾਨ ਸਸਤਾ ਹੋਊਗਾ ਕਿੱਦਾਂ? ਸਮਾਨ ਸਸਤਾ ਕਰਨ ਲਈ ਜ਼ਰੂਰੀ ਹੈ ਕਿ ਜਿੰਨੇ ਫਾਲਤੂ ਦੇ ਖਰਚੇ, ਹੁਣ ਦੇਖੋ ਜੇ ਮੇਰੀ ਸੜਕਾਂ ਚੰਗੀਆਂ ਨਹੀਂ ਹੈ, ਮੇਰੇ ਟਰੱਕ ਦਾ ਤੇਲ ਜ਼ਿਆਦਾ ਖਰਚ ਹੋਊਗਾ, ਮੇਰੇ ਟਰੱਕ ਡਰਾਈਵਰ ਨੂੰ ਵਾਰ-ਵਾਰ ਕਿਤੇ ਨਾ ਕਿਤੇ ਰੁਕੂਗਾ, ਉੱਥੇ ਖਾਣਾ ਖਾਊਗਾ, ਸਭ ਕੁਝ ਕਰੂਗਾ, ਉਹਦਾ ਖਰਚਾ ਮੇਰੇ ਸਿਰ ਤੇ ਆ ਰਿਹਾ ਨਾ। ਜੇ ਮੈਂ ਹੁਣ ਸਮਾਨ ਬਾਹਰ ਭੇਜ ਰਿਹਾ ਤੇ ਇਹ ਖਰਚਾ ਮੇਰੇ ਸਿਰ ਤੇ ਆ ਰਿਹਾ, ਮੈਂ ਆਪਣੇ ਸਿਰ ਤੇ ਥੋੜੀ ਪਾਉਂਗਾ, ਮੈਂ ਉਹ ਸਾਰੇ ਸਮਾਨ 'ਚ ਜੋੜ ਦੂੰਗਾ ਕਿ ਇਹ ਸਮਾਨ ਇੰਨਾ ਮਹਿੰਗਾ ਹੋ ਗਿਆ। ਤੇ ਜਿਹੜੇ ਦੇਸ਼ ਵਿੱਚ ਸਮਾਨ ਆਸਾਨੀ ਨਾਲ ਇੱਧਰ ਤੋਂ ਉੱਧਰ ਜਾ ਸਕਦਾ ਹੈ, ਉਹੀ ਦੇਸ਼ ਸਭ ਤੋਂ ਜ਼ਿਆਦਾ ਤਰੱਕੀ ਕਰੂਗਾ। ਇਸੇ ਲਈ ਆਪਾਂ ਨੂੰ ਆਪਣੇ ਦੇਸ਼ ਵਿੱਚ ਚੰਗੀਆਂ ਸੜਕਾਂ, ਰੇਲਵੇ ਟਰੈਕ ਸਭ ਕੁਝ ਬਣਾਉਣੇ ਜ਼ਰੂਰੀ ਹੈ, ਤਾਂ ਹੀ ਦੇਸ਼ ਤਰੱਕੀ ਕਰੂਗਾ। ਤਾਂ ਉਦਾਂ ਹੀ ਸ਼੍ਰੀਲੰਕਾ ਨੇ ਸੋਚਿਆ ਕਿ ਅਸੀਂ ਆਪਾਂ ਇੱਕ ਹੋਰ ਪੋਰਟ ਬਣਾ ਲਈਏ ਜਿੱਥੋਂ ਦੀ ਸਮਾਨ ਵੀ ਬਾਹਰ ਭੇਜੀਏ, ਤੇ ਦੂਜਾ ਜਿਹੜੇ ਪੋਰਟ ਹੁੰਦੇ ਨੇ ਇਹਨਾਂ ਤੋਂ ਕਮਾਈ ਕੀ ਹੁੰਦੀ ਹੈ? ਹੁਣ ਕੋਈ ਵੀ ਜਿਹੜੀ ਇੱਥੋਂ ਦੁਨੀਆ ਭਰ ਵਿੱਚ ਸ਼ਿਪ ਜਾ ਰਹੀ ਹੈ ਨਾ, ਉਹ ਇੱਥੇ ਰੁਕ ਕੇ ਜਾਂਦੀਆਂ ਹੁੰਦੀਆਂ। ਤਾਂ ਜਦ ਵੀ ਕੋਈ ਸ਼ਿਪ ਰੁਕੂਗੀ, ਮਤਲਬ ਰੁਕਣ ਨੂੰ ਕਿਤੇ ਵੀ ਰੁਕ ਸਕਦੀ ਹੈ, ਹੁਣ ਜਿੱਥੇ ਵੀ ਉਹ ਰੁਕਦੀਆਂ ਉਹ ਹਮੇਸ਼ਾ ਤੁਹਾਨੂੰ ਜਿੰਨਾ ਟਾਈਮ ਤੁਸੀਂ ਉਸ ਪੋਰਟ ਵਿੱਚ ਰੁਕਣਾ, ਤੁਹਾਨੂੰ ਹਮੇਸ਼ਾ ਉਹਦੇ ਪੈਸੇ ਪੇ ਕਰਨੇ ਪੈਂਦੇ ਆ, ਉਹਦੇ ਪੈਸੇ ਦੇਣੇ ਪੈਂਦੇ ਆ। ਤਾਂ ਹੁਣ ਇਹ ਰਹਿੰਦਾ ਕਿ ਤੁਸੀਂ ਕਿੰਨਾ ਟਾਈਮ ਰਹੋਗੇ, ਪਰ ਹੈਗੀ ਤਾਂ ਇਹ ਵੀ ਕਮਾਈ ਹੈ ਨਾ ਕਿ ਤੁਸੀਂ ਕਿੰਨਾ ਕਮਾਓਗੇ। ਤਾਂ ਹੁਣ ਇਸੇ ਲਈ ਸ਼੍ਰੀਲੰਕਾ ਨੇ ਸੋਚਿਆ, ਕਿਉਂਕਿ ਸ਼੍ਰੀਲੰਕਾ ਦੇਖੋ ਹਿੰਦ ਮਹਾਸਾਗਰ ਜਿਹੜਾ ਹੈਗਾ ਉਹਦੇ ਬਿਲਕੁਲ ਛੋਰ ਤੇ ਪੈਂਦਾ। ਤਾਂ ਹੁਣ ਕਿਸੇ ਨੇ ਵੀ ਇਧਰੋਂ ਦੀ ਚੀਨ ਵੱਲ ਨੂੰ ਜਾਣਾ ਜਾਂ ਚੀਨ ਦੇ ਵੱਲੋਂ ਤੁਹਾਡੇ ਸਾਊਦੀ ਅਰੇਬੀਆ ਵੱਲ ਜਾਣਾ ਜਾਂ ਅੱਗੇ ਯੂਰਪ ਵੱਲ ਜਾਣਾ, ਬਹੁਤ ਹੀ ਚੰਗੀ ਜਗ੍ਹਾ ਹੈ। ਤਾਂ ਉਹਨਾਂ ਨੇ ਸੋਚਿਆ ਆਪਾਂ ਪੋਰਟ ਬਣਾ ਲਈਏ। ਪਰ ਜਦੋਂ ਚੀਨ ਲੋਨ ਦਿੰਦਾ 30 ਤੋਂ 35% ਇੰਟਰਸਟ ਰੇਟ ਲਗਾ ਕੇ ਘੱਟੋ ਘੱਟ। ਤਾਂ ਹੁਣ ਹੁੰਦਾ ਕੀ ਹੈ, ਪਹਿਲਾਂ ਤੁਹਾਡਾ ਲੋਨ ਐਡਾ ਜ਼ਿਆਦਾ, ਉਸ ਤੋਂ ਬਾਅਦ ਤੁਹਾਨੂੰ ਇੰਟਰਸਟ ਰੇਟ ਇੰਨਾ, ਤੇ ਤੀਜੀ ਚੀਨ ਦੀ ਇੱਕ ਹੋਰ ਕੰਡੀਸ਼ਨ ਹੁੰਦੀ ਹੈ। ਹੁਣ ਦੇਖੋ ਆਪਣੇ ਲੋਕਾਂ ਦਾ ਉਹ ਕਿੱਦਾਂ ਖਿਆਲ ਰੱਖਦਾ ਚੀਨ। 30 ਤੋਂ 35% ਇੰਟਰਸਟ ਰੇਟ ਵੀ ਲਗਾਤਾ, ਪੈਸੇ ਵੀ ਦੇਤੇ, ਯਾਨੀ ਕਿ ਹੁਣ ਤੁਸੀਂ ਪੈਸੇ ਵੀ ਕਮਾਓਗੇ। ਉਸ ਤੋਂ ਬਾਅਦ ਚੀਨ ਇੱਕ ਹੋਰ ਸ਼ਰਤ ਰੱਖਦਾ ਕਿ ਮੈਂ ਲੋਨ ਤਾਂ ਹੀ ਦਊਂਗਾ ਜੇ ਜਿਹੜਾ ਹੁਣ ਜਿਵੇਂ ਪੋਰਟ ਬਣਾਉਣਾ ਹੈ, ਇਹਦੇ ਲਈ ਤੁਸੀਂ ਕੋਈ ਚੀਨ ਦੀ ਹੀ ਕੰਪਨੀ ਨੂੰ ਕੰਮ ਦਓਗੇ। ਤਾਂ ਫਿਰ ਹੁਣ ਕਰਜ਼ਾ ਸ਼੍ਰੀਲੰਕਾ ਦੀ ਸਰਕਾਰ ਤੇ ਆ ਗਿਆ, ਪੈਸੇ ਸ਼੍ਰੀਲੰਕਾ ਦੀ ਸਰਕਾਰ ਨੇ ਵਾਪਸ ਕਰਨੇ ਆ, ਪਰ ਸ਼੍ਰੀਲੰਕਾ ਦੇ ਆਪਣੇ ਲੋਕਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ, ਕੁਝ ਨਹੀਂ ਮਿਲ ਰਿਹਾ। ਠੀਕ ਹੈ, ਫਿਰ ਕਰਦਿਆ ਕੀ ਹੈ ਕਿ ਚੀਨ ਦੀ ਕੰਪਨੀ ਨੂੰ ਰੱਖਣਾ ਪੈਂਦਾ। ਹੁਣ ਇਹ ਵੀ ਨਹੀਂ ਕਿ ਚੀਨ ਦੀ ਕੰਪਨੀ ਸ਼੍ਰੀਲੰਕਾ ਦੇ ਆਪਣੇ ਲੋਕਾਂ ਨੂੰ ਰੱਖੇ, ਚੀਨ ਦੀ ਕੰਪਨੀ ਆਪਣੇ ਨਾਲ ਚੀਨੀਆਂ ਨੂੰ ਹੀ ਲੈ ਕੇ ਆਉਂਦੀ ਹੈ ਤੇ ਉਹਨਾਂ ਤੋਂ ਹੀ ਕੰਮ ਕਰਵਾਉਂਦੇ ਆ ਉਹ। ਤਾਂ ਫਿਰ ਮਤਲਬ ਹੁਣ ਹੋਇਆ ਕਿ ਚੀਨ ਨੇ ਲੋਨ ਦਿੱਤਾ, ਚੀਨ ਨੇ ਆਪਣੀ ਕੰਪਨੀ ਨੂੰ ਕੰਮ ਦੇਣ ਨੂੰ ਕਿਹਾ, ਉਹ ਪੈਸਾ ਇੱਕ ਤਰੀਕੇ ਨਾਲ ਚੀਨ 'ਚ ਹੀ ਵਾਪਸ ਆ ਗਿਆ ਤੇ ਤੁਹਾਡੇ ਸਿਰ ਤੇ ਕਰਜ਼ਾ ਚੜ ਗਿਆ। ਹੁਣ ਇਦਾਂ ਹੀ ਹੰਬਨਟੋਟਾ ਪੋਰਟ ਬਣ ਗਿਆ। ਹੰਬਨਟੋਟਾ ਪੋਰਟ ਬਣਨ ਤੋਂ ਬਾਅਦ ਸ਼੍ਰੀਲੰਕਾ ਕੋਲੇ ਕੁਝ ਸਾਲਾਂ 'ਚ, ਮਤਲਬ 2-3 ਸਾਲ ਹੀ ਇਹਨਾਂ ਨੇ ਚਲਾਇਆ, ਤੇ ਇਹਨਾਂ ਨੂੰ ਸਮਝ ਆ ਗਈ ਕਿ ਇਹ ਤਾਂ ਬਹੁਤ ਹੀ ਜ਼ਿਆਦਾ ਵੱਡਾ ਲੋਨ ਆ, ਸਾਡੇ ਤੋਂ ਨਹੀਂ ਚੁਕਾਇਆ ਜਾਣਾ। ਠੀਕ ਹੈ, ਇਹਨਾਂ ਨੇ ਚੀਨ ਨੂੰ ਕਹਿਤਾ ਕਿ ਸਾਡੇ ਤੋਂ ਲੋਨ ਨਹੀਂ ਚੁਕਾਇਆ ਜਾ ਰਿਹਾ। ਤਾਂ ਚੀਨ ਨੇ ਇਹ ਕਿਹਾ, ਹੁਣ ਇਹ ਚੀਨ ਕਰਦਾ ਕਿ ਇਹ ਸਾਰੀ ਦੁਨੀਆ 'ਚ ਹੀ ਕਰਦਾ, ਕਿ ਤੁਸੀਂ ਕੀ ਕਰੋ, ਇਹ ਹੰਬਨਟੋਟਾ ਪੋਰਟ ਅਗਲੇ 100 ਸਾਲ ਲਈ ਮੈਨੂੰ ਦੇ ਦਿਓ, ਮੈਂ ਖੁਦ ਚਲਾ ਕੇ ਇਹ 'ਚੋਂ ਪੈਸੇ ਕੱਢ ਲੂੰਗਾ, ਤੁਹਾਡਾ ਲੋਨ ਮਾਫ ਹੈ। ਪਰ ਹੁਣ ਇਹ ਹੈ ਕਿ ਜਦੋਂ ਤੁਸੀਂ ਹੰਬਨਟੋਟਾ ਪੋਰਟ ਉਹਨਾਂ ਨੂੰ ਦੇਤਾ, ਹੁਣ ਅੱਜ ਤਾਂ ਜਿੰਨੇ ਵੀ ਤੁਹਾਡਾ ਮਤਲਬ ਜਿੰਨਾ ਵੈਸੇ ਸਮਾਨ ਜਾ ਰਿਹਾ ਇਹੀ ਜਾ ਰਿਹਾ, ਪਰ ਕੀ ਪਤਾ ਚੱਲਦਾ ਹੁਣ ਕੱਲ ਚੀਨ ਕੋਈ ਬਹਾਨਾ ਲਗਾ ਕੇ ਕਹੇ ਕਿ ਸਾਡੇ ਇੱਥੇ ਜਿਹੜੇ ਲੋਕ ਠਹਿਰੇ ਆ ਉਹਨਾਂ ਨੂੰ ਖਤਰਾ,
ਤਾਂ ਸਾਨੂੰ ਥੋੜੇ ਜਿਹੇ ਆਪਣੇ ਸੈਨਿਕ ਇੱਥੇ ਰੱਖਣੇ ਜ਼ਰੂਰੀ ਆ। ਠੀਕ ਹੈ, ਸਾਨੂੰ ਇੱਕ ਆਪਣੀ ਆਹ ਨੇਵੀ ਦੀ ਸ਼ਿਪ ਇੱਥੇ ਰੱਖਣੀ ਜ਼ਰੂਰੀ ਆ। ਤਾਂ ਉਹ ਤਾਂ ਹਰ ਪਾਸੇ ਆਪਣੀ ਇਦਾਂ ਹੀ ਫੌਜ ਦੀ ਪ੍ਰੈਜ਼ੈਂਸ ਵਧਾਉਂਦਾ ਜਾਊਗਾ, ਤੇ ਇਹੀ ਚੀਜ਼ ਦਿਖ ਰਹੀ ਹੈ ਦੁਨੀਆ ਭਰ ਵਿੱਚ। ਤੇ ਇਹ ਚੀਨ ਦਾ ਮਾਡਲ ਹੈ ਦੁਨੀਆ ਤੇ ਕਬਜ਼ਾ ਕਰਨ ਦਾ। ਤੇ ਕਿਉਂਕਿ ਹੰਬਨ ਟੋਟਾ ਮਤਲਬ ਜਿਹੜਾ ਸ਼੍ਰੀਲੰਕਾ ਇਹ ਦੇਸ਼ ਆਪਣੇ ਭਾਰਤ ਦੇ ਬਹੁਤ ਹੀ ਨਜ਼ਦੀਕ ਆ ਗਿਆ, ਤਾਂ ਇੱਥੇ ਚੀਨ ਨੂੰ ਇਦਾਂ ਦਾ ਪੋਰਟ ਮਿਲ ਜਾਣਾ 100 ਸਾਲ ਲਈ, ਤੇ ਜਿੱਥੇ ਇਹ ਵੀ ਖਤਰਾ ਹੈ ਕਿ ਉਹ ਅੱਗੇ ਜਾ ਕੇ ਆਪਣੇ ਕਿਤੇ ਸਿਪਾਹੀ ਜਾਂ ਇਦਾਂ ਦੀਆਂ ਚੀਜ਼ਾਂ ਨਾ ਰੱਖਣ ਲੱਗ ਜਾਣ, ਆਪਾਂ ਨੂੰ ਇਸੇ ਚੀਜ਼ ਦੀ ਫਿਕਰ ਹੋਣ ਲੱਗ ਜਾਂਦੀ ਹੈ ਫਿਰ। ਪਰ ਚੀਨ ਕਰ ਕੀ ਰਿਹਾ? ਦੇਖੋ, ਆਪਣੇ ਏਸ਼ੀਆ 'ਚ ਸਿਰਫ 2 ਵੱਡੀਆਂ ਪਾਵਰ ਆ, ਜਾਂ ਤਾਂ ਚੀਨ ਜਾਂ ਭਾਰਤ। ਹੁਣ ਭਾਰਤ ਵੈਸੇ ਆਰਥਿਕ ਸਥਿਤੀ 'ਚ ਆਪਾਂ ਚੀਨ ਦਾ ਹਜੇ ਨਹੀਂ ਮੁਕਾਬਲਾ ਕਰ ਸਕਦੇ, ਇਹ ਸਾਫ਼ ਗੱਲ ਹੈ ਕਿ ਪੈਸੇ ਵਿੱਚ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਠੀਕ ਹੈ, ਪਰ ਚੀਨ ਹੁਣ ਹੁੰਦਾ ਕੀ ਹੈ, ਜਦੋਂ ਦੋਨੋਂ ਪਾਵਰਸ ਹੁਣ ਗਰੋ ਕਰ ਰਹੇ, ਮਤਲਬ ਚੀਨ ਵੀ ਵੱਧ ਰਿਹਾ, ਭਾਰਤ ਵੀ ਵੱਧ ਰਿਹਾ, ਦੋਨੋਂ ਚਾਹੁੰਦੇ ਆ। ਹੁਣ ਭਾਰਤ ਕੀ ਚਾਹੁੰਦਾ? ਕਿ ਭਾਰਤ ਚਾਹੁੰਦਾ ਕਿ ਚੀਨ ਸਾਨੂੰ ਆਪਣੇ ਬਰਾਬਰ ਦਾ ਸਮਝੇ, ਕਿ ਅਸੀਂ ਦੋਨੋਂ ਬਰਾਬਰ ਆ। ਪਰ ਖੁਦ ਸੋਚੋ, ਤੁਸੀਂ ਇੱਕ ਬਹੁਤ ਹੀ ਅਮੀਰ ਬੰਦੇ ਹੋ, ਤੁਸੀਂ ਕਦੀ ਵੀ ਦੂਜੇ ਨੂੰ ਆਪਣੇ ਬਰਾਬਰ ਨਹੀਂ ਸਮਝਣਾ ਚਾਹੋਗੇ। ਚੀਨ ਚਾਹੁੰਦਾ ਹੈ ਕਿ ਭਾਰਤ ਮੰਨੇ ਕਿ ਮੈਂ ਏਸ਼ੀਆ ਦੀ ਸਭ ਤੋਂ ਵੱਡੀ ਪਾਵਰ ਹੈ, ਮਤਲਬ ਚੀਨ ਸਭ ਤੋਂ ਵੱਡੀ ਪਾਵਰ ਹੈ। ਭਾਰਤ ਚਾਹੁੰਦਾ ਅਸੀਂ ਦੋਨੋਂ ਬਰਾਬਰ ਰਹੀਏ। ਇਸੇ ਕਾਰਨ ਚੀਨ ਕਰ ਕੀ ਰਿਹਾ ਕਿ ਆਪਣੇ ਆਸ-ਪਾਸ ਦੇ ਜਿੰਨੇ ਦੇਸ਼ ਹੈ ਉਹ ਸਾਰਿਆਂ ਵਿੱਚ ਇਦਾਂ ਦੇ ਕੋਈ ਨਾ ਕੋਈ ਪ੍ਰੋਜੈਕਟ ਕਰੀ ਜਾ ਰਹੇ ਆ, ਤਾਂ ਕਿ ਭਾਰਤ ਉੱਤੇ ਪ੍ਰੈਸ਼ਰ ਵਧੀ ਜਾਵੇ। ਠੀਕ ਹੈ, ਇਹਨੂੰ ਕਹਿੰਦੇ ਸਟ੍ਰਿੰਗ ਆਫ ਪਰਲਸ। ਠੀਕ ਹੈ, ਇਹ ਵੀ ਕਿਸੇ ਕਰੰਟ ਅਫੇਅਰ 'ਚ ਆ ਜਾਊਗਾ, ਨਹੀਂ ਤਾਂ ਇੱਕ ਪੂਰਾ ਸਬਜੈਕਟ ਆਪਣਾ ਆਉਂਦਾ, ਆਪਣੇ ਅੰਦਰ ਦੀ ਪੂਰੀ ਆਪਾਂ ਸਿਕਿਉਰਿਟੀ ਬਾਰੇ ਪੜਾਂਗੇ, ਉਹ 'ਚ ਵੀ ਆਊਗਾ ਸਟ੍ਰਿੰਗ ਆਫ ਪਰਲਸ, ਕਿ ਕਿੱਦਾਂ ਆਪਣੇ ਚਾਰ ਔਰ ਇੱਕ ਜਾਲ ਵਿਛਾਇਆ ਜਾ ਰਿਹਾ ਚੀਨ ਵੱਲੋਂ। ਹਰ ਦੇਸ਼ ਨੂੰ ਇਦਾਂ ਲੋਨ 'ਚ ਫਸਾ ਕੇ ਉਹਦਾ ਕੋਈ ਨਾ ਕੋਈ ਪ੍ਰੋਜੈਕਟ ਚੱਕੀ ਜਾਓ। ਪਾਕਿਸਤਾਨ ਦੇ ਅੰਦਰ ਤਾਂ ਉਹਨਾਂ ਨੇ ਪਹਿਲਾਂ ਹੀ ਆਪਣੇ ਸੈਨਿਕ ਰੱਖ ਲਏ ਆ ਕੁਝ, ਤੇ ਇਦਾਂ ਹੀ ਉਹ ਆਪਣੇ ਉੱਤੇ ਪ੍ਰੈਸ਼ਰ ਵਧਾ ਰਹੇ ਆ। ਕਰ ਆਪਾਂ ਕੁਝ ਨਹੀਂ ਸਕਦੇ, ਕਿਉਂਕਿ ਕਿਸੇ ਹੋਰ ਦੇਸ਼ ਦਾ ਮਾਮਲਾ, ਅਗਲਿਆਂ ਨੂੰ ਮਜਬੂਰ ਕਰ ਦਿੰਦੇ ਆ, ਕਿਉਂਕਿ ਜਾਂ ਤਾਂ ਪੈਸੇ ਦਿਓ ਜਾਂ ਸਾਡੀ ਆਹ ਗੱਲ ਮੰਨ ਲਓ। ਠੀਕ ਹੈ, ਹੁਣ ਅਗਲਾ ਤੁਹਾਡੇ ਇੱਕ ਮੰਦਿਰ ਬਾਰੇ ਆ, ਪਦਮਨ ਸਵਾਮੀ ਟੈਂਪਲ ਜਾਂ ਪਦਮਨ ਸਵਾਮੀ ਮੰਦਿਰ ਜਿਹੜਾ ਹੈਗਾ, ਇਹ ਤੁਹਾਡੇ ਪੈਂਦਾ ਕੇਰਲਾ ਦੇ ਅੰਦਰ, ਇਹ ਮੰਦਿਰ ਪੈਂਦਾ ਤੁਹਾਡੇ, ਤੇ ਬਹੁਤ ਹੀ ਪੁਰਾਣਾ ਮੰਦਿਰ ਮੰਨਿਆ ਜਾਂਦਾ ਹੈ ਇਹਨੂੰ, ਤੇ ਬਹੁਤ ਸਾਰੀਆਂ ਕਹਾਣੀਆਂ ਇਹਦੇ ਨਾਲ ਜੁੜੀਆਂ ਹੋਈਆਂ। ਜਿਵੇਂ ਤੁਹਾਨੂੰ ਇੱਕ ਮਤਲਬ ਇੱਥੇ ਪੁਆਇੰਟ ਮੈਂ ਇਹਦੇ ਸਾਰੇ ਲਿਖਤੇ ਹੈ ਕਿ ਆਪਣਾ ਇਹ ਜਿਹੜੇ ਵੀ ਤੁਹਾਨੂੰ ਯਾਦ ਕਰਨ ਵਾਲੇ ਆ। ਠੀਕ ਹੈ, ਵੈਸੇ ਤੁਹਾਨੂੰ ਐਕਸਟਰਾ ਟਾਈਮ 'ਚ ਕੁਝ ਹੋਰ ਰੋਚਕ ਚੀਜ਼ ਪੜ੍ਹਨਾ ਚਾਹੋ, ਪੇਪਰ ਲਈ ਜ਼ਰੂਰੀ ਨਹੀਂ ਹੈ, ਤਾਂ ਮੈਂ ਤੁਹਾਨੂੰ ਇਹਦੀ ਕਹਾਣੀ ਵੀ ਦੱਸ ਦਿੰਦਾ, ਫ੍ਰੀ ਟਾਈਮ ਹੋਇਆ ਤਾਂ ਪੜ੍ਹ ਲਿਓ। ਇਹਦਾ ਨਾ ਜਿਹੜਾ ਬੇਸਮੈਂਟ ਹੈ ਇਹਦੀ, ਉੱਥੇ ਨਾ ਬਹੁਤ ਸਾਰੇ ਅੱਡ-ਅੱਡ ਤਿਜੋਰੀਆਂ ਬਣੀਆਂ ਹੋਈਆਂ, ਬਹੁਤ ਵੱਡੀਆਂ ਵੱਡੀਆਂ ਤਿਜੋਰੀਆਂ ਬਣੀਆਂ ਹੋਈਆਂ। ਇੱਕ ਟਾਈਮ ਭਾਰਤ ਦੀ ਸਰਕਾਰ ਨੇ ਕੀ ਕਿਹਾ ਕਿ ਉਹਨਾਂ ਦੇ ਅੰਦਰ ਜਿੰਨਾ ਵੀ ਖਜ਼ਾਨਾ ਪਿਆ ਹੋਇਆ ਉਹ ਸਾਰਾ ਖੁਲਵਾਓ ਤੇ ਗਿਣੋ, ਮਤਲਬ ਸੁਪਰੀਮ ਕੋਰਟ ਨੇ ਕਿਹਾ ਸੀ ਆਪਣੇ ਕਿ ਸਾਰੇ ਖਜ਼ਾਨੇ ਖੁਲਵਾਓ ਤੇ ਗਿਣੋ ਇਸ ਮੰਦਿਰ ਦੇ ਅੰਦਰ ਪੈਸਾ ਕਿੰਨਾ। ਤਾਂ ਸਾਰੇ ਤੁਹਾਡੇ ਤਿਜੋਰੀਆਂ ਖੁਲਵਾਈਆਂ ਗਈਆਂ, ਸਿਰਫ ਇੱਕ ਵਾਲਟ ਬੀ ਕਰਕੇ ਆ। ਠੀਕ ਹੈ, ਤੁਹਾਡਾ ਕਦੀ ਪੜ੍ਹਨਾ ਹੀ ਹੋਇਆ, ਬਸ ਇਸ ਮੰਦਿਰ ਦਾ ਨਾਮ ਲਿਖਿਆ ਤੇ ਵਾਲਟ ਬੀ ਲਿਖ ਦਿਓ, ਖੁਦ ਆ ਜਾਊਗਾ। ਇਹ ਵਾਲਟ ਬੀ ਜਿਹੜਾ ਹੈ ਨਾ, ਇਹ ਬਹੁਤ ਹੀ ਦਿਲਚਸਪ ਵਾਲਟ ਹੈ। ਇਹ ਵਾਲਟ ਕੱਲਾ ਇਦਾਂ ਦਾ ਵਾਲਟ ਸੀ ਜਿਹਦਾ ਨਾ ਕੋਈ ਮਤਲਬ ਕੋਈ ਖੋਲਣ ਲਈ ਕੋਈ ਹੈਂਡਲ ਨਹੀਂ ਹੈ, ਕੋਈ ਇਹਦੇ ਉੱਤੇ ਤਾਲਾ ਵੀ ਨਹੀਂ ਲੱਗਿਆ ਹੋਇਆ। ਤਾਂ ਇਹਨੂੰ ਬੋਲਿਆ ਜਾਂਦਾ ਕਿ ਜਦੋਂ ਇਹ ਵਾਲਟ ਜਿਹੜਾ ਸੀ ਇਹਨੂੰ ਬੰਦ ਕੀਤਾ ਗਿਆ ਕਿਸੇ ਜਾਦੂ ਮੰਤਰ ਇਦਾਂ ਦੀਆਂ ਚੀਜ਼ਾਂ ਨਾਲ। ਠੀਕ ਹੈ, ਤੇ ਇਹਨੂੰ ਖੋਲਣ ਲਈ ਕੋਈ ਬਹੁਤ ਹੀ ਵੱਡਾ ਪੀਰ ਹੀ ਹੈ ਜਿਹਨੂੰ ਇਹਦਾ ਮੰਤਰ ਪਤਾ ਹੋਊਗਾ, ਉਹ ਆ ਕੇ ਇਹਦੇ ਸਾਹਮਣੇ ਇਹਦਾ ਮੰਤਰ ਬੋਲੂਗਾ, ਇਹ ਦਰਵਾਜ਼ਾ ਤਾਂ ਹੀ ਖੁੱਲ ਸਕਦਾ, ਨਹੀਂ ਤਾਂ ਇਹ ਨਹੀਂ ਖੁੱਲੂਗਾ। ਤਾਂ ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿ ਵਾਲਟ ਬੀ ਦੇ ਪਿੱਛੇ ਹੈ ਕੀ। ਠੀਕ ਹੈ, ਤਾਂ ਫਿਰ ਇੱਕ ਵਾਰੀ ਇਹ ਵੀ ਗੱਲ ਆਈ ਸੀ ਕਿ ਵਾਲਟ ਬੀ ਦਾ ਦਰਵਾਜ਼ਾ ਉਡਾ ਦਿੰਨੇ ਆ। ਠੀਕ ਹੈ, ਮਤਲਬ ਆਪਣੇ ਕੋਲੇ ਬੰਬ ਤਾਂ ਹੈਗੀ ਹੈ, ਉਡਾ ਦਾਂਗੇ। ਪਰ ਉਸ ਟਾਈਮ ਜਿੰਨੇ ਵੀ ਤੁਹਾਡੇ ਉੱਥੋਂ ਦੇ ਬਹੁਤ ਹੀ ਪੁਰਾਣੇ ਰਹਿਣ ਵਾਲੇ ਆ ਜਾਂ ਜਿਨ੍ਹਾਂ ਨੂੰ ਇਹ ਮੰਦਿਰ ਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੈ, ਇਸ ਵਾਲਟ ਬੀ ਦੇ ਜੋ ਆਸ-ਪਾਸ ਚੀਜ਼ਾਂ ਲਿਖੀਆਂ ਹੋਈਆਂ ਨਾ, ਉਹਦੇ ਕਾਰਨ ਹੁਣ ਲੋਕਾਂ 'ਚ ਵਹਿਮ ਕਹਿ ਲਓ ਜਾਂ ਜੋ ਵੀ ਕਹਿ ਲਓ, ਲੋਕਾਂ ਨੇ ਕਦੀ ਵਾਲਟ ਖੋਲਿਆ ਨਹੀਂ।
ਉਹਦੇ ਆਸ-ਪਾਸ ਇਹ ਲਿਖਿਆ ਕਿ ਜਿੱਦਣ ਇਹ ਵਾਲਟ ਖੁੱਲਿਆ ਉਦਣ ਦੁਨੀਆ ਤੇ ਕਹਿਰ ਮਚ ਜਾਊਗਾ, ਤਾਂ ਇਹਨੂੰ ਬੰਦ ਹੀ ਰਹਿਣ ਦਿਓ। ਮਤਲਬ ਉਹਦੇ ਉੱਤੇ ਇਦਾਂ ਦੀਆਂ ਚੀਜ਼ਾਂ ਲਿਖੀਆਂ ਹੋਈਆਂ, ਠੀਕ ਹੈ। ਤਾਂ ਫਿਰ ਤੁਹਾਡੇ ਸੁਪਰੀਮ ਕੋਰਟ ਨੇ ਵੀ ਕਹਿਤਾ ਸੀ ਕਿ ਵਾਲਟ ਬੀ ਨਾ ਖੋਲੋ, ਠੀਕ ਹੈ। ਇਹ ਨਾਲ ਇੱਕ ਹੋਰ ਵੀ ਮਤਲਬ ਹੁਣ ਇਹ ਜਿਹੜੇ ਲੋਕਾਂ ਨੂੰ ਭੇਜਿਆ ਗਿਆ ਸੀ ਵਾਲਟ ਬੀ ਨੂੰ ਖੋਲਣ ਲਈ, ਅੱਜ ਤੱਕ 2 ਟੀਮਾਂ ਭੇਜੀਆਂ ਜਾ ਚੁੱਕੀਆਂ ਭਾਰਤ ਦੀ ਸਰਕਾਰ ਵੱਲੋਂ, ਉਸ ਤੋਂ ਬਾਅਦ ਛੱਡਤਾ ਸੀ ਇਹ। ਪਰ ਜਿਹੜੇ ਲੋਕਾਂ ਨੂੰ ਭੇਜਿਆ ਗਿਆ ਸੀ, ਇਹਦੇ ਨਾਲ ਇਹ ਵੀ ਚੀਜ਼ ਜੁੜੀ ਹੋਈ ਹੈ ਕਿ ਉਹਨਾਂ ਦੀ ਸਾਰਿਆਂ ਦੀ ਮੌਤ ਕੁਝ ਹੀ ਦਿਨਾਂ ਵਿੱਚ ਹੋ ਗਈ, ਤੇ ਇਸ ਕਾਰਨ ਵੀ ਫਿਰ ਲੋਕਾਂ ਨੇ ਛੱਡ ਹੀ ਦਿੱਤਾ ਇਹਨੂੰ। ਤੇ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਭਾਰਤ ਦੀ ਮਿਸਟਰੀ ਹੈ ਕਿ ਇਹ 'ਚ ਹੈ ਕੀ। ਸਰ ਐਜ਼ ਅ ਪ੍ਰੈਜ਼ੈਂਟ ਵੀ ਵਾਲਟ ਵੀ ਹੈ ਉੱਥੇ? ਹਾਂਜੀ ਹਾਂਜੀ, ਐਟ ਦੀ ਪ੍ਰੈਜ਼ੈਂਟ ਵੀ ਉੱਥੇ ਮਤਲਬ ਬੇਸਮੈਂਟ ਵਿੱਚ ਵਾਲਟ ਬੀ ਅੱਜ ਵੀ ਬੰਦ ਪਿਆ, ਬਾਕੀ ਸਾਰੇ ਵਾਲਟ ਖੋਲ ਦਿੱਤੇ ਗਏ ਆ, ਸਿਰਫ ਵਾਲਟ ਬੀ ਬੰਦ ਪਿਆ ਕਿਉਂਕਿ ਇਹਦਾ ਨਾ ਕੋਈ ਤਾਲਾ ਨਾ ਕੁਛ ਹੈ। ਸਰ ਜਦੋਂ ਇਹਦੇ ਖਜ਼ਾਨੇ ਖੋਲੇ ਗਏ ਥੋੜਾ ਅੰਦਾਜ਼ਾ ਹੈਗਾ ਵੀ ਕਿੰਨੇ ਕੀ ਮਤਲਬ ਕੀ ਮਿਲਿਆ ਜਾਂ ਕਿੰਨਾ ਕੀ ਰਕਮ ਮਿਲੀ? ਮਤਲਬ ਹਜ਼ਾਰਾਂ ਕਰੋੜਾਂ ਵਿੱਚ ਹੋਇਆ ਕਿ ਸੀ ਸੋਨਾ, ਇੱਕ ਤਾਂ ਹੱਦ ਤੋਂ ਵੱਧ ਸੋਨਾ, ਰੱਬ ਦੀਆਂ ਮੂਰਤੀਆਂ ਸੋਨੇ ਵਿੱਚ ਗੜੀਆਂ ਹੋਈਆਂ, ਮਾਲਾਵਾਂ, ਹੀਰੇ ਜਵਾਹਰਾਤ ਉਹ ਭਰੇ ਹੋਏ ਮਿਲੇ ਆ, ਉਹ ਸਾਰੇ ਗਿਣ ਲਏ ਗਏ ਆ। ਪਰ ਹੁਣ ਵਾਲਟ ਬੀ ਵਿੱਚ ਕੀ ਹੈ ਉਹ ਨਹੀਂ ਪਤਾ, ਤੇ ਇਹਨੂੰ ਖੋਲਣ ਦਾ ਕੋਈ ਉਹ ਨਹੀਂ ਹੈ, ਠੀਕ ਹੈ। ਵੈਸੇ ਹੀ ਰਾਤੀ ਪੜ੍ਹਨ ਦਾ ਜੀ ਕੀਤਾ, ਪੜ੍ਹ ਕੇ ਦੇਖ ਲਿਓ, YouTube ਤੇ ਕੁਝ ਵੀਡੀਓਜ਼ ਵੀ ਹੈਗੀਆਂ। ਤਾਂ ਦਿਲਚਸਪੀ ਲਈ ਇੱਕ ਫੈਕਟ ਤੁਹਾਨੂੰ ਦੱਸਦਾ, ਵੈਸੇ ਪੇਪਰ ਲਈ ਵਾਲਟ ਬੀ ਤੁਹਾਨੂੰ ਕੋਈ ਨਹੀਂ ਪੁੱਛੂਗਾ, ਇਹ ਤਾਂ ਕਿਉਂਕਿ ਮੈਨੂੰ ਪਹਿਲਾਂ ਦਾ ਪਤਾ, ਤਾਂ ਮੈਂ ਤੁਹਾਨੂੰ ਅੱਜ ਕਰੰਟ ਅਫੇਅਰ 'ਚ ਆਇਆ ਤਾਂ ਦੱਸਦਾ। ਅਗਲਾ ਜਿਹੜਾ ਤੁਹਾਡਾ ਕਰੰਟ ਅਫੇਅਰ ਹੈਗਾ ਉਹ ਇੱਕ ਨੈਸ਼ਨਲ ਪਾਰਕ ਬਾਰੇ ਹੈ, ਕਾਜ਼ੀਰੰਗਾ ਨੈਸ਼ਨਲ ਪਾਰਕ। ਇਹ ਸਭ ਤੋਂ ਪਹਿਲਾ ਕੁਐਸਚਨ ਤਾਂ ਜਿਹੜਾ ਤੁਹਾਨੂੰ ਹਮੇਸ਼ਾ ਬਣ ਸਕਦਾ ਹੁੰਦਾ ਕਿ ਤੁਹਾਨੂੰ ਅੱਡ-ਅੱਡ ਨੈਸ਼ਨਲ ਪਾਰਕ ਆ ਸਕਦੇ ਆ, ਤੇ ਉਹ 'ਚ ਇਹ ਆ ਸਕਦਾ ਹੈ ਕਿ ਕਿਹੜਾ ਨੈਸ਼ਨਲ ਪਾਰਕ ਕਿਹੜੀ ਸਟੇਟ ਵਿੱਚ ਪੈਂਦਾ, ਠੀਕ ਹੈ। ਮਤਲਬ ਕਿਹੜੀ ਸਟੇਟ ਵਿੱਚ ਕਿਹੜਾ, ਤਾਂ ਕਾਜ਼ੀਰੰਗਾ ਪੈਂਦਾ ਤੁਹਾਡਾ ਅਸਾਮ ਵਿੱਚ, ਠੀਕ ਹੈ। ਇਹ ਪੈਂਦਾ ਤੁਹਾਡਾ ਅਸਾਮ ਵਿੱਚ ਪੈਂਦਾ। ਤੇ ਦੂਜਾ, ਕਾਜ਼ੀਰੰਗਾ ਨੈਸ਼ਨਲ ਪਾਰਕ ਕਿਹੜੇ ਜਾਨਵਰ ਲਈ ਮਸ਼ਹੂਰ ਹੈ? ਇਹ ਨਾ ਇੱਥੇ ਤੁਹਾਡੇ ਪਾਏ ਜਾਂਦੇ ਆ ਗੈਂਡੇ, ਇੱਥੇ ਤੁਹਾਡੇ ਗੈਂਡੇ। ਵਾਈਟ ਐਲੀਫੈਂਟਸ ਨਹੀਂ ਸੀ ਆਈ ਥਿੰਕ? ਨਹੀਂ, ਵਾਈਟ ਐਲੀਫੈਂਟਸ ਨਹੀਂ, ਵਨ ਹੌਰਨਡ ਰਾਈਨੋਸ ਕਹਿੰਦੇ ਆ ਇਹਨਾਂ ਨੂੰ। ਇਹਨਾਂ ਦਾ ਸਿਰਫ ਇੱਕ ਹੌਰਨ ਹੁੰਦਾ, ਵੈਸੇ ਕੀ ਹੁੰਦਾ ਗੈਂਡਿਆਂ ਦੇ ਨਾ 2 ਸਿੰਗ ਹੁੰਦੇ ਆ। ਇਹ ਇੱਥੇ ਪੂਰੀ ਦੁਨੀਆ 'ਚ ਸਿਰਫ ਇੱਕ ਭਾਰਤ ਦੇਸ਼ ਹੈ, ਉਹ ਵੀ ਕਾਜ਼ੀਰੰਗਾ ਇੱਕ ਪਾਰਕ, ਮਤਲਬ ਹੁਣ ਆਸ-ਪਾਸ ਦੇ ਆਪਾਂ ਪਾਰਕ ਵਿੱਚ ਵੀ ਕਰਤੇ ਆ, ਤਾਂ ਆਪਣਾ ਸਿਰਫ ਭਾਰਤ ਦੇਸ਼ ਹੈ ਜਿੱਥੇ ਤੁਹਾਡੇ ਇੱਕ ਸਿੰਗ ਵਾਲੇ ਗੈਂਡੇ ਪਾਏ ਜਾਂਦੇ ਆ, ਠੀਕ ਹੈ। ਵਾਈਟ ਐਲੀਫੈਂਟ ਨਹੀਂ ਪਾਏ ਜਾਂਦੇ, ਮਤਲਬ ਇੱਥੇ ਹਾਥੀ ਪਾਏ ਜਾਂਦੇ ਆ ਪਰ ਵਾਈਟ ਕਲਰ ਦੇ ਹਾਥੀ ਨਹੀਂ ਪਾਏ ਜਾਂਦੇ, ਠੀਕ ਹੈ। ਆਹ ਸਭ ਤੋਂ ਅਨੋਖਾ ਜਾਨਵਰ ਹੈ ਇਹ, ਠੀਕ ਹੈ। ਤੇ ਇਹ ਜਾਨਵਰ ਦਾ ਮਤਲਬ ਇਸ ਜਾਨਵਰ ਦਾ UPSC 'ਚ ਕੁਐਸਚਨ ਆਇਆ ਹੋਇਆ, ਮਤਲਬ ਜਿਹੜਾ ਮੈਂ ਤੁਹਾਨੂੰ ਆਹੀ ਕੁਐਸਚਨ ਦੱਸਿਆ ਇਹੀ ਇੱਕ ਤਰੀਕੇ ਨਾਲ ਆ ਗਿਆ ਸੀ। ਮਤਲਬ ਜਿਹੜੀ ਹੁਣੇ ਮੈਂ ਲਾਈਨ ਬੋਲੀ, ਹੁਣ ਦੇਖੋ ਕਈ ਵਾਰੀ ਬੋਲੀ ਹੋਈ ਲਾਈਨ ਕਿੱਦਾਂ ਕੁਐਸਚਨ ਬਣ ਜਾਂਦੀ ਹੈ, ਮੇਰੇ ਹੁਣੇ ਦਿਮਾਗ 'ਚ ਆਇਆ। ਕੁਐਸਚਨ ਇਹ ਆਇਆ ਸੀ ਕਿ ਕਿਹੜੇ-ਕਿਹੜੇ ਦੇਸ਼ ਵਿੱਚ ਇੱਕ ਸਿੰਗ ਵਾਲੇ ਗੈਂਡੇ ਪਾਏ ਜਾਂਦੇ ਆ, ਤਾਂ ਉਹਦਾ ਆਪਸ਼ਨ ਸੀਗਾ ਕਿ ਕੱਲੇ ਭਾਰਤ ਵਿੱਚ, ਮਤਲਬ ਸਿਰਫ ਭਾਰਤ ਉਹਦਾ ਸਹੀ ਆਪਸ਼ਨ ਸੀ, ਬਾਕੀ ਸਾਰੇ ਆਪਸ਼ਨ ਗਲਤ ਸੀ। ਗੈਂਡੇ ਹੋਰ ਵੀ ਦੇਸ਼ਾਂ 'ਚ ਪਾਏ ਜਾਂਦੇ ਆ, ਪਰ ਇੱਕ ਸਿੰਗ ਵਾਲੇ ਜਿਹੜੇ ਹੈਗੇ ਆ ਉਹ ਸਿਰਫ ਭਾਰਤ ਵਿੱਚ ਪਾਏ ਜਾਂਦੇ ਆ, ਕਾਜ਼ੀਰੰਗਾ ਜਾਂ ਅਸਾਮ ਦੇ ਆਸ-ਪਾਸ ਦੇ ਜਿਹੜੇ ਪਾਰਕ ਹੈਗੇ ਆ ਉੱਥੇ ਪਾਏ ਜਾਂਦੇ ਆ। ਹੁਣ ਇਹ ਕਾਜ਼ੀਰੰਗਾ ਪਾਰਕ ਹੁਣੇ ਆਪਣਾ ਮੌਨਸੂਨ ਸ਼ੁਰੂ ਹੋਣ ਵਾਲਾ, ਤੁਸੀਂ ਇਹਨੂੰ ਅੱਗੇ ਵੀ ਦੁਬਾਰਾ ਕਰੰਟ ਅਫੇਅਰ 'ਚ ਆਊਗਾ। ਕਾਜ਼ੀਰੰਗਾ ਨੈਸ਼ਨਲ ਪਾਰਕ ਕਿਉਂ ਅਨੋਖਾ ਮੰਨਿਆ ਜਾਂਦਾ? ਇਹਦੇ ਵਿੱਚੋਂ ਨਾ ਬ੍ਰਹਮਪੁੱਤਰਾ ਨਿਕਲਦੀ ਹੈ ਤੁਹਾਡੀ, ਠੀਕ ਹੈ। ਇਹਦੇ ਵਿੱਚੋਂ ਤੁਹਾਡੀ ਬ੍ਰਹਮਪੁੱਤਰਾ ਨਿਕਲਦੀ ਹੈ, ਠੀਕ ਹੈ। ਤੇ ਇਹ ਜਿਹੜੀ ਨਦੀ ਹੈ ਨਾ, ਬ੍ਰਹਮਪੁੱਤਰਾ ਨਦੀ ਨੂੰ ਰੋਕਣਾ ਨਾਮੁਮਕਿਨ ਮੰਨਿਆ ਜਾਂਦਾ, ਕਿਉਂਕਿ ਬ੍ਰਹਮਪੁੱਤਰਾ ਨਦੀ ਇਦਾਂ ਦੀ ਆ, ਇੰਨੇ ਸਾਰੇ ਆਪਾਂ ਬਾਂਧ ਬਣਾ ਕੇ ਮਤਲਬ ਡੈਮ ਬਣਾ ਕੇ ਦੇਖੇ ਆ, ਇਹ ਨਦੀ ਰੁਕਦੀ ਹੀ ਨਹੀਂ ਆ ਆਪਣੇ ਤੋਂ। ਇਹ ਹੁੰਦਾ ਕਿ ਆਪਣਾ ਰਸਤਾ ਬਦਲ ਜਾਂਦੀ ਹੈ। ਤਾਂ ਜਿੰਨੇ ਹੁਣ ਏਰੀਆ ਤੋਂ ਇਹ ਨਿਕਲਦੀ ਆ ਉਹਦੇ ਵਿੱਚ ਕਾਜ਼ੀਰੰਗਾ ਮਤਲਬ ਨੈਸ਼ਨਲ ਪਾਰਕ ਦੇ ਵਿੱਚੋਂ ਨਿਕਲਦੀ ਇਹ। ਹਰ ਸਾਲ ਬ੍ਰਹਮਪੁੱਤਰਾ 'ਚ ਬਾਰਿਸ਼ 'ਚ ਹੁੰਦਾ ਕੀ ਹੈ, ਬ੍ਰਹਮਪੁੱਤਰਾ ਨਾ ਤੁਹਾਡਾ ਬਾੜ ਲਿਆਊਗੀ, ਠੀਕ ਹੈ। ਤੁਹਾਡੇ ਹੜ੍ਹ ਆ ਜਾਣਗੇ, ਤੇ ਜਿਵੇਂ ਹੀ ਤੁਹਾਡੇ ਹੜ੍ਹ ਆਣਗੇ, ਜਿਹੜਾ ਕਾਜ਼ੀਰੰਗਾ ਦਾ ਬਹੁਤ ਵੱਡਾ ਏਰੀਆ ਕੀ ਹੁੰਦਾ, ਹਰ ਸਾਲ ਨਾ ਪਾਣੀ ਦੇ ਥੱਲੇ ਚਲਾ ਜਾਂਦਾ ਹੈ। ਹਰ ਸਾਲ ਕਾਜ਼ੀਰੰਗਾ ਦਾ ਇੱਕ ਬਹੁਤ ਵੱਡਾ ਏਰੀਆ ਪਾਣੀ 'ਚ ਡੁੱਬ ਜਾਂਦਾ ਹੈ। ਹੁਣ ਉਸ ਟਾਈਮ ਫਿਰ ਕਰਨਾ ਕੀ ਪੈਂਦਾ, ਆਪਣੇ ਭਾਰਤ ਸਰਕਾਰ ਦੇ ਜਿੰਨੇ ਵੀ ਆਪਣੇ ਫੋਰੈਸਟ ਦੇ ਆਫਿਸਰ ਹੈ, ਉਹਨਾਂ ਨੂੰ ਇਹ ਜਿੰਨੇ ਵੀ ਗੈਂਡੇ ਆ ਹੋਰ ਜਾਨਵਰ ਹੈ, ਇਹਨਾਂ ਨੂੰ ਆਪਾਂ ਨੂੰ ਕਿਤੇ ਹੋਰ ਸ਼ਿਫਟ ਕਰਨਾ ਪੈਂਦਾ ਤਾਂ ਕਿ ਇਹ ਜ਼ਿੰਦਾ ਬਚ ਸਕਣ। ਪਰ ਇਹ ਮਤਲਬ ਫਿਰ ਆਪਾਂ ਕਿਸ ਤਰੀਕੇ ਨਾਲ ਬ੍ਰਹਮਪੁੱਤਰ ਕਿਉਂ ਨਹੀਂ ਮੋੜ ਦਿੰਦੇ?
ਆ ਜਿਹੜੇ ਹਰ ਸਾਲ ਹੜ੍ਹ ਆਉਂਦੇ ਆ ਨਾ, ਜਿਹੜੇ ਆਪਣੇ ਵਾਰ-ਵਾਰ ਫਲੱਡ ਆ ਰਹੇ ਆ, ਹੜ੍ਹ ਆ ਰਹੇ ਆ, ਇਹ ਜ਼ਰੂਰੀ ਹੈ ਤੁਹਾਡੇ ਕਾਜ਼ੀਰੰਗਾ ਪਾਰਕ ਲਈ, ਕਿਉਂਕਿ ਕਾਜ਼ੀਰੰਗਾ ਪਾਰਕ ਵਿੱਚ ਹੁੰਦਾ ਕੀ ਹੈ, ਜਦੋਂ ਹੜ੍ਹ ਆ ਜਾਂਦੇ ਆ, ਇਸ ਤੋਂ ਬਾਅਦ ਜਿਹੜਾ ਉੱਥੇ ਘਾਹ ਉਗਦਾ ਨਾ, ਜਿਹੜੇ ਸਾਰੇ ਜਾਨਵਰ ਖਾਂਦੇ ਆ, ਉਹ ਵੀ ਬਹੁਤ ਅਨੋਖਾ, ਤੇ ਉਹ ਇਸੇ ਜਗ੍ਹਾ ਨੂੰ ਉਗਦਾ। ਉਹ ਇਸੇ ਲਈ ਉਗਦਾ ਕਿਉਂਕਿ ਇੱਥੇ ਹੜ੍ਹ ਆਉਂਦੇ ਆ, ਪਾਣੀ ਬਹੁਤ ਜ਼ਿਆਦਾ ਮਿਲ ਜਾਂਦਾ ਉਹਨਾਂ ਨੂੰ, ਜੋ ਉਹਨਾਂ ਲਈ ਜ਼ਰੂਰੀ ਆ। ਤਾਂ ਉਹ ਪੂਰੀ ਜਗ੍ਹਾ ਬਣੀ ਹੀ ਇਸ ਤਰੀਕੇ ਨਾਲ ਹੋਈ ਆ। ਠੀਕ ਹੈ, ਕਿਸੇ ਨੂੰ ਕੋਈ ਵੀ ਡਾਊਟ ਆ ਸੀਗੇ ਆਪਣੇ ਅੱਜ ਦੇ ਕਰੰਟ ਅਫੇਅਰ? ਬਾਕੀ ਮੈਂ ਸਾਰੇ ਪੁਆਇੰਟ ਡਿਟੇਲ ਵਾਲੇ ਸਾਰੇ ਲਿਖਤੇ ਆ, ਪਰ ਕਿਸੇ ਨੂੰ ਹਜੇ ਵੀ ਕੋਈ ਡਾਊਟ ਹੋਇਆ ਤੁਸੀਂ ਕਦੀ ਮੇਰੇ ਤੋਂ ਪੁੱਛ ਸਕਦੇ ਹੋ। ਕਿਸੇ ਮਤਲਬ ਕੱਲ ਵੀ ਆਪਾਂ ਜੋ ਕਰੰਟ ਅਫੇਅਰ ਕਰਾਂਗੇ, ਅੱਜ ਦੇ ਕਿਸੇ ਕਰੰਟ ਅਫੇਅਰ ਡਾਊਟ ਹੋਏ ਉਹ ਕੱਲ ਵੀ ਚਾਹੇ ਪੁੱਛ ਲਿਓ, ਕਲੀਅਰ ਕਰਦੇ ਜਾਇਓ ਸਭ ਕੁਝ। ਸਰ ਇਹ ਵਾਲੇ ਕਰੰਟ ਅਫੇਅਰਸ ਦੀ ਮਤਲਬ ਪੀਡੀਐਫ ਮਿਲ ਜੂਗੀ ਨਾ? ਹਾਂਜੀ ਹਾਂਜੀ, ਤੁਹਾਨੂੰ ਮੈਮ ਭੇਜ ਦੇਣਗੇ ਇਹਦੀ ਕਰੰਟ ਅਫੇਅਰ। ਅਪਲੋਡ ਕਰੋਗੇ ਗਰੁੱਪ ਦੇ ਵਿੱਚ? ਹਾਂਜੀ ਹਾਂਜੀ, ਗਰੁੱਪ ਵਿੱਚ ਹੁਣੇ ਭੇਜ ਦੇਣਗੇ ਤੋਂ ਬਾਅਦ। ਠੀਕ ਹੈ ਸਰ, ਤੁਹਾਨੂੰ ਇਹ ਮਿਲ ਜਾਣਗੇ। ਠੀਕ ਹੈ, ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ।